उठाओ कैमरे और खींच लो तस्वीर इनकी। ये उदास लोग भी कहाँ रोज मुस्कुराते हैं। पंजाबी संवाद ਦੇ ਇੱਕ ਇੰਟਰਵਿਊ ਸੈਸ਼ਨ 'ਚ ਅੱਜ ਮੇਰੀ ਮੁਲਾਕਾਤ ਹੋਣ ਜਾ ਰਹੀ ਹੈ ਵਿਸ਼ਾਲ ਨਾਲ। ਮੇਰੀ ਅਕਸਰ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਗੱਲਾਂ ਬਾਰੇ ਗੱਲ ਕਰਾਂ ਜੋ ਅਣਛੁਪੀਆਂ ਉਹ ਗੱਲਾਂ ਜੋ ਕਦੇ ਵੀ ਕੋਈ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਸਿਰਫ ਇੰਨਾ ਹੀ ਜਾਣ ਲੈਣਾ ਕਾਫੀ ਨਹੀਂ ਹੁੰਦਾ ਕਿ ਤੁਸੀਂ ਇੱਕ ਲੇਖਕ ਹੋ ਜਾਂ ਤੁਸੀਂ ਕੋਈ ਰਸਾਲਾ ਚਲਾ ਰਹੇ ਹੋ। ਉਸ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਅਸੀਂ ਜਾਣਨਾ ਚਾਹੁੰਦੇ ਹਾਂ ਔਰ ਬਹੁਤ ਸਾਰੇ ਲੋਕ ਵੀ ਜਾਣਨਾ ਚਾਹੁੰਦੇ ਨੇ। ਔਰ ਅੱਜ ਮੇਰੀ ਇੱਕ ਇੰਟਰਵਿਊ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਵਿਸ਼ਾਲ ਨਾਲ ਉਹ ਗੱਲਾਂ ਛੇੜੀਆਂ ਜਾਣ ਜੋ ਸਾਡੀਆਂ ਸਾਹਿਤ ਦੇ ਉੱਤੇ ਅਸਰ ਵੀ ਪਾ ਰਹੀਆਂ, ਸਾਹਿਤ ਨੂੰ ਕੁਝ ਦੇ ਵੀ ਰਹੀਆਂ ਔਰ ਸਾਹਿਤ ਦਾ ਇੱਕ ਮੁਕਾਮ ਵੀ ਬਣਾ ਰਹੀਆਂ। ਵਿਸ਼ਾਲ ਪੰਜਾਬੀ ਸਮਾਜ ਵਿੱਚ ਸਾਡਾ ਬਹੁਤ ਬਹੁਤ ਸਵਾਗਤ ਹੈ। ਵੈਸੇ ਇਹ ਬਿਜ਼ੀ ਬਹੁਤ ਰਹਿੰਦੇ ਨੇ, ਅੱਜ ਅਸੀਂ ਇਹਨਾਂ ਨੂੰ ਪ੍ਰੈਸ ਦੇ ਵਿੱਚ ਆ ਕੇ ਘੇਰੇ ਹਾਂ ਕਿਉਂਕਿ ਇੱਥੇ ਅੱਜ ਅੱਖਰ ਰਸਾਲੇ ਦੀ ਤਿਆਰੀ ਚੱਲ ਰਹੀ ਹੈ ਔਰ ਤੁਸੀਂ ਇਹ ਦੇਖ ਵੀ ਸਕਦੇ ਹੋ ਵੀ ਇੱਕ ਸੰਪਾਦਕੀ ਨੋਟ ਤਿਆਰ ਕਰਨਾ ਵੀ ਕਿੰਨਾ ਮੁਸ਼ਕਿਲ ਹੁੰਦਾ ਹੈ। ਕਿਸੇ ਵੀ ਮੈਗਜ਼ੀਨ ਨੂੰ ਚਲਾਉਣਾ ਕਿੰਨਾ ਮੁਸ਼ਕਿਲ ਕੰਮ ਹੁੰਦਾ ਹੈ। ਉਹਦੀਆਂ ਪ੍ਰੂਫ ਰੀਡਿੰਗ ਕਰਨੀਆਂ, ਦੁਬਾਰਾ ਪੜ੍ਹਨੀਆਂ ਤੇ ਅੱਜ ਵਿਸ਼ਾਲ ਸਾਰਾ ਦਿਨ ਮੇਰਾ ਖਿਆਲ ਕਰ ਮੈਗਜ਼ੀਨ ਦੇ ਵਿਸ਼ਾਲ ਦੇ ਸੰਪਾਦਕੀ ਨੋਟ ਤੇ ਆਰਟੀਕਲਸ ਬਾਰੇ ਮੈਨੂੰ ਇੱਕ ਚੀਜ਼ ਬੜੀ ਅੱਛੀ ਲੱਗੀ ਹੈ ਕਿ ਉਹ ਹਮੇਸ਼ਾ ਨਾ ਨਾਮ ਬੜੇ ਵਧੀਆ ਚੁਣ ਕੇ ਲਿਆਉਂਦੇ, ਇੰਨੇ ਵਧੀਆ ਕਿ ਮੈਂ ਵੀ ਜਦੋਂ ਆਪਣੇ ਵਾਰਤਕ ਲਿਖਣੀ ਹੁੰਦੀ ਹੈ ਤਾਂ ਮੈਂ ਵਿਸ਼ਾਲ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਨਾਮ ਤੇ ਤੂੰ ਹੀ ਸੁਜੈਸਟ ਕਰ ਦੇ। ਚਲੋ ਵਿਸ਼ਾਲ, ਇੱਥੇ ਅੱਖਰ ਦੀ ਤਿਆਰੀ ਦੇ ਦੌਰਾਨ ਹੀ ਅਸੀਂ ਆਪਣੀ ਗੱਲਾਂ ਬਾਤਾਂ ਨੂੰ ਕਰਦੇ ਥੋੜਾ ਜਿਹਾ ਆਪਣਾ ਸਫ਼ਰ ਜ਼ਰੂਰ ਦੱਸੋ ਲਾਈਕ ਤੁਹਾਡੀ ਸੰਵਾਦ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਿ ਆਪਾਂ ਅੱਜ ਸਬੱਬ ਨਾਲ ਇੱਥੇ ਇਕੱਠੇ ਹੋਏ ਹਾਂ ਤੇ ਗੱਲਬਾਤ ਕਰਦੇ ਹਾਂ। ਜਿਹੜੇ ਸਫ਼ਰ ਦੀ ਤੁਸੀਂ ਗੱਲ ਕਰਦੇ ਆ, ਸਾਹਿਤਕ ਸਫ਼ਰ ਦੀ, ਜ਼ਿੰਦਗੀ ਦੇ ਸਫ਼ਰ ਦੀ, ਇਹਦੇ ਵਿੱਚ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਹੁੰਦੇ ਆ ਤੇ ਕੁਝ ਲੋਕ ਡਿਸਟਰਬ ਹੋ ਕੇ, ਫੈਡ ਅਪ ਹੋ ਕੇ ਪਿੱਛੇ ਹਟ ਕੇ ਬਹਿ ਜਾਂਦੇ ਆ ਤੇ ਜਿਹੜੇ ਕੁਝ ਵੱਖਰਾ ਕਰਦੇ ਆ, ਜਿੱਦਾਂ ਕੋਈ ਵੀ ਲੇਖਕ, ਰਾਈਟਰ, ਕਲਾਕਾਰ, ਚਿੱਤਰਕਾਰ, ਨਾਟਕਕਾਰ, ਫਿਲਮੀ ਲੇਖਕ, ਉਹ ਵੱਖਰੇ ਉਹਨਾਂ ਦੀ ਜਿਹੜੀ ਪੈਦਾਇਸ਼ ਹੋਈ ਹੁੰਦੀ ਆ, ਜਿਸ ਐਟਮੋਸਫੇਅਰ 'ਚੋਂ ਲੰਘੇ ਹੁੰਦੇ ਆ। ਲੇਖਕ ਦੇ ਅੰਦਰ ਇੱਕ ਵਿਰੋਧੀ ਬੰਦਾ ਬੈਠਾ ਹੁੰਦਾ, ਚਾਹੇ ਉਹ ਕੋਈ ਵੀ ਆ, ਤੇ ਜਦੋਂ ਉਹਦਾ ਆਪਸ ਵਿੱਚ ਬਾਹਰ ਮੁਖੀ ਅੰਦਰ ਮੁਖੀ ਲੜਾਈ ਚੱਲਦੀ ਆ ਤੇ ਉਹਦਾ ਅਸਲ ਵਿੱਚ ਸਫ਼ਰ ਉਦੋਂ ਹੀ ਸ਼ੁਰੂ ਹੁੰਦਾ ਵਾ ਤੇ ਹੋ ਸਕਦਾ ਹੈ ਸਾਰਾ ਕੁਝ ਮਾਂ ਦੇ ਗਰਭ 'ਚੋਂ ਹੀ ਆਇਆ ਹੁੰਦਾ। ਬਿਲਕੁਲ, ਮਾਂ ਦੇ ਗਰਭ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਇਹਦੀ ਗੱਲ ਹੁਣ ਕਹਿ ਤੇ ਇੱਦਾਂ ਹੀ ਜਾਂਦਾ ਹੈ ਪਰ ਫਿਰ ਵੀ ਇਨਸਾਨ ਦੀ ਆਪਣੀ ਸੋਚ, ਆਪਣੀ ਵਿਰੋਧਤਾ ਵਿੱਚ ਅਸਰ ਪਾਉਂਦੀ ਹੈ। ਅੱਖਰਾਂ ਦੀ ਬਣਤਰ, ਵਿਰੋਧਤਾ ਨੂੰ ਲਿਖਣਾ ਔਰ ਵਿਰੋਧੀ ਹੋ ਕੇ ਜੀਣਾ, ਦੋਨਾਂ ਦੇ ਵਿੱਚ ਵੀ ਬੜਾ ਸੁਮੇਲ ਹੈ ਕਿ ਤੂੰ ਜਿਸ ਤਰ੍ਹਾਂ ਵਿਰੋਧਤਾ 'ਚ ਅਸੀਂ ਲੇਖਕ ਵਿਰੋਧਤਾ 'ਚ ਜਨਮ ਲੈਂਦਾ ਹੈ ਕਿ ਉਸ ਵਿਰੋਧੀ ਸੁਭਾਅ ਨਾਲ ਜੀਆ ਵੀ ਹੈ ਕਿਉਂਕਿ ਅਕਸਰ ਲੋਕ ਡਿਊਲ ਹੈ, ਲਿਖਦੇ ਕੁਛ ਹੈ ਤੇ ਜੀਂਦੇ ਕੁਛ ਨਹੀਂ। ਅਸਲ 'ਚ ਨਾ ਮੈਂ ਇੱਕ ਸਧਾਰਨ ਪਰਿਵਾਰ, ਸਾਡੇ ਬਿਆਸ ਦੇ ਨੇੜੇ ਪਿੰਡ ਦੌਲਤ ਨੰਗਲ, ਉੱਥੇ ਸਾਡਾ ਜਨਮ ਹੋਇਆ। 1956 ਤੋਂ ਉੱਥੇ ਸਾਡੇ ਪਿਤਾ ਜੀ ਦੁਕਾਨ ਕਰਦੇ ਸੀਗੇ, ਬਾਬਾ ਜੀ ਦੁਕਾਨ ਕਰਦੇ ਸੀ ਤੇ ਉਹਨਾਂ ਦੇ ਸਾਡੇ ਪਿਤਾ ਜੀ ਪੜਦਾਦਾ ਜੀ ਪਾਕਿਸਤਾਨ ਲੈ ਗਏ ਹੋਣਗੇ, ਪਾਕਿਸਤਾਨ ਤੋਂ ਆਏ ਸਾਡੇ ਪਿਤਾ ਜੀ ਤੇ ਉਹਨਾਂ ਨੇ ਜਦੋਂ ਸਾਡਾ ਜਨਮ ਹੋਇਆ ਤੇ ਦੁਕਾਨ ਦੇਖੀ, ਥੋੜੇ ਜਿਹੇ ਜਦੋਂ ਪੜ੍ਹਾਈ ਸ਼ੁਰੂ ਕੀਤੀ, ਦੁਕਾਨ ਦੇਖੀ, ਪੜ੍ਹਦਿਆਂ ਪਿੰਡ ਜਿਹੜੀ ਪਿੰਡ ਦੁਕਾਨ ਸੀ ਉੱਥੇ ਬਹਿ ਜਾਣਾ ਤੇ ਦੁਕਾਨਦਾਰੀ ਦਾ ਮਾਹੌਲ, ਠੀਕ ਹੈ ਨਾ। ਤੇ ਮੈਂ ਬਚਪਨ ਦੇ ਵਿੱਚ ਪਿੰਡ ਦੇ ਥੜੇ ਤੇ ਬਹਿਣਾ, ਛੱਪੜ ਦੇ ਵਿੱਚੋਂ ਭੰਬੀਰੀਆਂ ਫੜਨੀਆਂ, ਕਣਕ ਦੇ ਕੌਡੀ ਕਢਾਉਣੇ ਵੇਖਣੇ ਤੇ ਇਹ ਮੈਨੂੰ ਸਾਰਾ ਕੁਝ ਚੰਗਾ ਲੱਗਣਾ ਸ਼ੁਰੂ ਹੋ ਗਿਆ। ਤੇ ਮੈਂ ਉਦੋਂ ਬਹੁਤ 12-13 ਸਾਲ ਦਾ ਸੀਗਾ ਤੇ ਰਹੀਏ ਆਪਣੇ ਪਿਤਾ ਜੀ ਨਾਲ ਰੇਹੜੇ ਤੇ ਬਹਿ ਕੇ ਜਾਣਾ, ਉੱਥੇ ਕੁਝ ਅਖਬਾਰਾਂ ਲੈਣੀਆਂ, ਕੁਝ ਪੰਜਾਬੀ ਦੇ ਮੈਗਜ਼ੀਨ ਪਏ ਹੋਣੇ ਉਹ ਲੈਣੇ ਤੇ ਵੇਖਦਿਆਂ ਮਤਲਬ ਮੈਂ ਸੋਚਿਆ ਵੀ ਯਾਰ ਮੈਂ ਵੀ ਕੁਝ ਲਿਖ ਸਕਦਾ ਹਾਂ, ਜਿੱਦਾਂ ਮੇਰੇ ਇੱਧਰ ਬਲਬਲੇ ਆਉਣੇ ਤੇ ਉੱਥੇ ਮਤਲਬ ਮੇਰੀ ਲੇਖਣੀ ਦਾ, ਮੇਰੇ ਪੜ੍ਹਨ ਦਾ ਇੱਕ ਦੁਕਾਨਦਾਰੀ ਮਾਹੌਲ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਉਸ ਵਿਰੋਧ ਵਿੱਚੋਂ ਹੀ ਲੇਖਕ ਜਿਹੜਾ ਪੈਦਾ ਹੋਇਆ ਤੇ ਅੱਜ ਉਸ ਵਿਰੋਧ ਨੂੰ ਲੈ ਕੇ ਇੱਕ ਉਹ ਵੀ ਸਿਸਟਮ ਸੀ ਤੇ ਅੱਜ ਵੀ ਸਿਸਟਮ ਆ ਤੇ ਜਿਹੜਾ ਅੱਜ ਦੇ ਸਿਸਟਮ 'ਚ ਵਿਰੋਧ ਕਰਦਾ ਹੋਇਆ ਮੈਂ ਕਵਿਤਾ ਲਿਖ ਰਿਹਾ ਤੇ ਇਹ ਜਿਹੜੇ ਸਾਹਿਤਕ ਮਾਹੌਲ ਦਾ ਸਿਸਟਮ ਆ ਉਹਦੇ ਵਿਰੋਧ ਵਿੱਚ ਜਿਹੜੇ ਵਰਤਾਰੇ ਵਾਪਰ ਰਹੇ ਨੇ ਨਾ, ਮਤਲਬ
ਆਪਣੀ ਆਪਣੀ ਬ੍ਰਾਂਡਿੰਗ ਨੂੰ ਲੱਗੇ ਹੋਏ ਆ, ਤੇ ਉਹਦੇ ਕਰਕੇ ਮੈਂ ਸੰਪਾਦਕ ਵੀ ਨਾਲ ਕੰਮ ਕਰ ਰਿਹਾ ਅੱਖਰ ਦਾ ਕੰਮ। ਇਹ ਦੋਨਾਂ ਚੀਜ਼ਾਂ ਦਾ ਸੁਮੇਲ ਆ। ਉਹ ਵੱਖਰੀ ਗੱਲ ਹੈ ਕਿ ਕੋਈ ਸ਼ਾਇਰੀ ਵੱਲ ਕਿੱਦਾਂ ਆਉਂਦਾ, ਕਿੱਦਾਂ ਲਿਖਦਾ, ਉਹਦੇ ਵੱਖ-ਵੱਖ ਕਾਰਨ ਆ, ਉਹਦੀ ਧਰਾਤਲ 'ਚ ਕੀ ਪਿਆ, ਉਹਦੀ ਮਿੱਟੀ 'ਚ ਕੀ ਪਿਆ, ਉਹ ਡਿਵੈਲਪ ਕਿੱਦਾਂ ਹੁੰਦਾ ਸਾਰਾ ਕੁਝ, ਉਹ ਬੂਟਾ ਕਿੱਦਾਂ ਟੁੱਟ ਜਾਂਦਾ। ਐਕਚੁਅਲੀ ਮੈਂ ਵੀ ਬ੍ਰਾਂਡਿੰਗ ਦੇ ਨੇਮ ਤੇ ਗੱਲ ਕੀਤੀ ਹੈ, ਤੇ ਜਦੋਂ ਮੈਨੂੰ ਯਾਦ ਹੈ ਕਿ ਅੱਖਰ ਦਾ ਰਸਾਲਾ ਜਿਹੜਾ ਬਹੁਤ ਹੀ ਮੰਨਿਆ ਪ੍ਰਮੰਨਿਆ ਦਾ ਕੰਮ ਸੀ, ਔਰ ਜਦੋਂ ਪਰਮਿੰਦਰ ਜੀ ਹੋਣੀ ਗੁਜ਼ਰ ਗਏ, ਸਾਨੂੰ ਲੱਗਾ ਸੀਗਾ ਕਿ ਇਹ ਨਾਮ ਹੀ ਕਦੀ ਲੁਪਤ ਹੋ ਜਾਣਾ। ਤੂੰ ਕਿੱਦਾਂ ਸੋਚਿਆ ਕਿ ਮੈਂ ਦੁਬਾਰਾ ਤੋਂ ਅੱਖਰ ਨੂੰ ਚਲਾਵਾਂ, ਕਿਉਂਕਿ ਹਰ ਕੋਈ ਇਨਸਾਨ, ਜਿੱਦਾਂ ਹੁਣ ਤੂੰ ਵੀ ਗੱਲ ਕੀਤੀ ਕਿ ਲੋਕ ਆਪਣੀ ਆਪਣੀ ਬ੍ਰਾਂਡਿੰਗ ਤੇ ਲੱਗੇ, ਤੂੰ ਉਸ ਛੁਪੀ ਹੋਈ ਬ੍ਰਾਂਡਿੰਗ ਨੂੰ ਚੁੱਕ ਲਿਆ ਦੁਬਾਰਾ ਜੋ ਬੰਦ ਹੋ ਚੁੱਕੀ ਸੀ, ਤੇ ਇਹ ਖਿਆਲ ਕਿਸ ਤਰ੍ਹਾਂ ਆਇਆ ਕਿ ਤੂੰ ਅੱਖਰ ਨੂੰ? ਅਸਲ ਵਿੱਚ ਜੋਤੀ, ਜਦੋਂ ਕਿਉਂਕਿ ਮੈਂ ਅੱਖਰ ਦੇ ਨਾਲ ਪਰਮਿੰਦਰਜੀਤ ਹੋਣਾ ਨਾਲ ਬਹੁਤ ਹੁਣ ਉਹ ਆਪਣੇ ਵਿਚਕਾਰ ਨਹੀਂ, ਉਹਨਾਂ ਨੂੰ ਯਾਦ ਕਰਕੇ ਸਜਦਾ ਕਰਕੇ ਮੈਂ ਗੱਲ ਕਰ ਰਿਹਾ ਕਿ ਉਹਨਾਂ ਵਰਗਾ ਸੰਪਾਦਕ ਕੋਈ ਬਣ ਨਹੀਂ ਸਕਦਾ। ਜਿਸ ਤਰ੍ਹਾਂ ਉਹ ਵਰਤਾਰਿਆਂ ਦੇ ਵਿਰੁੱਧ ਲਿਖਦੇ ਹੀ, ਮੇਰੀ ਵੀ ਉਹ ਕੋਸ਼ਿਸ਼। ਇਹ ਅੱਖਰ ਹੋਂਦ 'ਚ ਉਹਨਾਂ ਦੀ ਮੌਤ ਤੋਂ ਬਾਅਦ ਆਇਆ ਕਿੱਦਾਂ, 2015 'ਚ ਜਾਂ 14 ਲਾਸਟ 'ਚ ਜਦੋਂ ਉਹ ਨਹੀਂ ਰਹਿੰਦੇ, ਤੇ ਅੱਖਰ ਨਾਲ ਕੁਝ ਸ਼ਖਸੀਅਤਾਂ ਜੁੜੀਆਂ ਸੀਗੀਆਂ, ਜਿਵੇਂ ਸਵਰਾਜ ਵੀਰ ਹੋਣੀ ਸੀ, ਪਰਮਿੰਦਰ ਸੋਢੀ ਹੋਣੀ, ਡਾਕਟਰ ਕਰਨੈਲ ਸ਼ੇਰਗਿੱਲ ਯੂਕੇ ਵਾਲੇ, ਵਿਕਰਮਜੀਤ ਹੋਣੀ, ਅੰਦਰੇਸ਼ ਮੀਤ ਹੋਣੀ, ਇਹ ਸਾਰੇ ਜੁੜੇ ਸੀ। ਤੇ ਸਭ ਤੋਂ ਵੱਡੀ ਕੋਸ਼ਿਸ਼ ਜਿਹੜੀ ਡਾਕਟਰ ਵਿਕਰਮਜੀਤ ਹੋਣਾ ਨੇ ਪਹਿਲਾਂ ਕੀਤੀ ਕਿ ਇਹ ਅੱਖਰ ਜਿਹੜਾ ਦੁਬਾਰਾ ਸ਼ੁਰੂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੇ ਆਪਸ ਵਿੱਚ ਫੈਮਿਲੀ ਰਿਲੇਸ਼ਨ ਵੀ ਸੀਗੇ। ਤੇ ਉਹ ਡਾਕਟਰ ਕਰਨੈਲ ਹੋਣੀ 1977 'ਚ ਜਦੋਂ ਇਹ ਮੈਗਜ਼ੀਨ ਪ੍ਰੀਤ ਨਗਰ ਤੋਂ ਸ਼ੁਰੂ ਹੋਇਆ, ਮੁਖਤਾਰ ਗਿੱਲ ਹੋਣਾ ਨਾਲ ਰਲ ਕੇ, ਡਾਕਟਰ ਕਰਨੈਲ ਗਿੱਲ ਹੋਣਾ ਨੇ ਇਹ ਸ਼ੁਰੂ ਕੀਤਾ। ਫਿਰ ਪਰਮਿੰਦਰਜੀਤ ਉੱਥੇ ਆਏ, ਫਿਰ ਲੋ ਮੈਗਜ਼ੀਨ ਕੱਢਿਆ, ਅੱਖਰ ਬੰਦ ਹੋ ਗਿਆ, ਲੋ ਬੰਦ ਹੋ ਗਿਆ, ਫਿਰ ਅੱਖਰ ਕੱਢਿਆ, ਤੇ ਇਹ ਸਾਰੀ ਟੀਮ ਸ਼ੁਰੂ ਤੋਂ ਜੁੜੀ ਰਹੀ। ਤੇ ਇਹਨਾਂ ਨਾਲ ਮੇਰੀ ਵੀ ਦੋਸਤਾਨਾ ਸੰਬੰਧ ਰਹੇ ਸਾਰਿਆਂ ਨਾਲ। ਇੱਕ ਮੇਰਾ ਇਟਲੀ, ਮੈਂ ਆਪਣਾ ਮੈਗਜ਼ੀਨ ਕੱਢਦਾ ਸੀ, ਇੰਡੋਟਾਲੀਅਨ ਟਾਈਮ। ਫਿਰ ਡਾਕਟਰ ਇਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਸ਼ੁਰੂ ਕਰਨਾ ਚਾਹੀਦਾ ਵਾ, ਤੇ ਵਿਸ਼ਾਲ ਨਾਲ ਮਤਲਬ ਗੱਲ ਕੀਤੀ ਜਾਵੇ। ਫਿਰ ਹੋਰ ਬਹੁਤ ਸਾਰੇ ਦੋਸਤ ਸੀਗੇ, ਭੁਪਿੰਦਰਪ੍ਰੀਤ ਹੋਣੀ, ਤੁਸੀਂ ਸਾਰੇ ਉੱਥੇ ਹੀ ਸੀਗੇ, ਤਰਲੋਚਨ ਹੋਣੀ, ਜਦੋਂ ਇਹ ਫੈਸਲਾ ਕੀਤਾ ਕਿ ਇਹਨੂੰ ਸੰਪਾਦਕ ਬਣਾਇਆ ਜਾਵੇ। ਫਿਰ ਹੀ ਮੈਨੂੰ ਥੋੜਾ ਜਿਹਾ ਡਰ ਵੀ ਹੁੰਦਾ ਸੀ ਕਿ ਏਡੇ ਵੱਡੇ ਨਾਮ ਨੂੰ, ਏਡੇ ਵੱਡੇ ਬ੍ਰਾਂਡ ਨੂੰ ਲੈ ਕੇ ਸ਼ੁਰੂ ਕਰਨਾ, ਤੇ ਪਰ ਉਹ ਮੈਂ ਕਿਉਂਕਿ ਜਿਹੜਾ ਪਰਮਿੰਦਰਜੀਤ ਹੋਣਾ ਦੇ ਅੰਦਰ ਬੰਦਾ ਬੈਠਾ ਸੀਗਾ, ਠੀਕ ਹੈ ਨਾ, ਉਹ ਕਿਤੇ ਨਾ ਕਿਤੇ ਮੇਰੇ ਅੰਦਰ ਵੀ ਬੈਠਾ ਹੋਇਆ ਸੀਗਾ, ਪਰ ਪਰਮਿੰਦਰਜੀਤ ਦੇ ਜਾਣ ਤੋਂ ਬਾਅਦ ਉਹ ਬੰਦਾ ਮੇਰੇ ਅੰਦਰ ਹੋਰ ਤਰ੍ਹਾਂ ਨਿਖਰ ਕੇ ਸਾਹਮਣੇ ਆਇਆ, ਕਿਉਂਕਿ ਪਰਮਿੰਦਰਜੀਤ ਨੇ ਸੰਪਾਦਕੀ ਦੀ ਕਲਮ ਵਿਸ਼ਾਲ ਦੇ ਹੱਥ 'ਚ ਜਦੋਂ ਫੜਾ ਦਿੱਤੀ, ਤੇ ਵਿਸ਼ਾਲ ਵੀ ਉਹਨਾਂ ਦੇ ਨਾਂ ਤੇ ਤੁਰਨ ਲੱਗ ਗਿਆ। ਤੇ ਅੱਜ ਅੱਖਰ ਪੂਰੇ ਵਿਸ਼ਵ ਦੇ ਵਿੱਚ, ਮਤਲਬ ਜਿੱਥੇ ਜਿੱਥੇ ਪੰਜਾਬੀ ਹੈਗੇ ਆ, ਦਿਨ ਬ ਦਿਨ ਪਾਠ ਵੱਧਦੇ ਆ। ਤੇ ਔਰ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਵੀ ਆ ਕਿ ਜੇ ਅੱਖਰ ਅੱਜ ਹੈ ਆ ਤੇ ਉਹ ਦੋਸਤਾਂ ਕਰਕੇ ਆ, ਕਿਉਂਕਿ ਵਧੀਆ ਤਾਂ ਲਿਖਿਆ ਹੀ ਜਾ ਰਿਹਾ। ਜੇ ਮੇਰੇ ਕੰਟੈਕਟ ਦੋਸਤਾਂ ਨਾਲ ਚੰਗੇ ਆ, ਮਿਲਦੇ ਆ, ਮੈਂ ਉਹਨਾਂ ਕੋਲ ਜੋ ਚਾਹਣਾ, ਈਵਨ ਕਿ ਜੋਤੀ ਕੋਲੋਂ ਵੀ ਜੋ ਵੀ ਚਾਹੁੰਦਾ ਮੈਂ ਲਿਖਵਾ ਲੈਂਦਾ, ਜਿਹੜੇ ਅੰਕ ਵਾਸਤੇ ਵੀ ਚਾਹੀਦਾ ਉਹ ਲਿਖਾਂਦੇ। ਇੱਦਾਂ ਹੀ ਅਮਰਤਾ ਪ੍ਰੀਤਮ ਜੀ ਕਰਦੇ ਹੁੰਦੇ ਸੀ ਆਪਣੀ ਨਾਗਮਣੀ ਵਾਸਤੇ। ਤੇ ਸਭ ਤੋਂ ਵੱਡੀ ਗੱਲ ਇਹ ਮਾਇਨਾ ਰੱਖਦੀ ਆ ਕਿ ਜੇ ਮੇਰੇ ਦੋਸਤ ਹੈਗੇ ਆ, ਮੇਰੇ ਵਰਗੀ ਸੋਚ ਰੱਖਣ ਵਾਲੇ ਮੇਰੇ ਨਾਲ ਜੁੜੇ ਹੋਏ ਆ, ਤੇ ਉਨੀ ਦੇਰ ਅੱਖਰ ਜਿਹੜਾ ਵਾ ਦਿਨ ਬ ਦਿਨ ਤਾਂ ਵੀ ਚੜ੍ਹਦਾ ਜਾਊਗਾ। ਕੰਟੈਕਟ ਹੈਗੇ ਆ, ਤੁਹਾਡੀ ਸੋਚ ਕਿਸੇ ਵੀ ਜਿਹੜਾ ਲੇਖਕ ਆ ਕੋਈ ਜਾਂ ਸੰਪਾਦਕ ਆ, ਕੋਈ ਵੀ ਮੈਗਜ਼ੀਨ ਉਹਦੇ ਵਿਜ਼ਨ ਤੇ ਖੜਾ ਹੁੰਦਾ ਹਮੇਸ਼ਾ ਕਿ ਉਹ ਕਿਸ ਫਰੇਮ 'ਚ ਰਹਿ ਰਿਹਾ, ਤੇ ਉਹਦੇ ਜਿਹੜੇ ਉਹ ਕਿਸ ਫਰੇਮ ਦੀਆਂ ਮੈਟਰ ਚਾਹੁੰਦਾ, ਤੇ ਉਸ ਫਰੇਮ 'ਚ ਉਹਦੇ ਦੋਸਤ ਕਿਹੜੇ ਆ। ਇਹ ਇੱਥੇ ਥੋੜਾ ਜਿਹਾ ਚੂਜ਼ੀ ਵੀ ਹੋਣਾ ਪੈਂਦਾ, ਤੇ ਤਾਂ ਕਰਕੇ ਨਾਰਾਜ਼ ਵੀ ਹੁੰਦੇ ਬਹੁਤ ਸਾਰੇ। ਤੇ ਉਹ ਹੁਣ ਕਿਸੇ ਵੇਲੇ ਜਦੋਂ ਉਹ ਨਹੀਂ ਛਪਦੇ ਤੇ ਉਹ ਗੱਲਾਂ ਵੀ ਕਰਦੇ ਆ ਵੀ ਯਾਰ ਉਹ ਕੋਈ ਮੈਗਜ਼ੀਨ ਵਾ ਜਦੋਂ ਨਹੀਂ ਛਪਦੇ, ਪਰ ਇਹ ਨਾਲ ਚੱਲਦਾ ਸਾਰਾ ਕੁਝ। ਵਿਜ਼ਨ ਦੀ ਜੋ ਗੱਲ ਹੋਈ ਹੈ ਉਸ ਬਾਰੇ ਮੈਂ ਗਵਾਹ ਖੁਦ ਦੇ ਸਕਦੀ ਹਾਂ ਕਿ ਜਦੋਂ ਅੱਖਰ ਆਇਆ ਸੀ, ਤੇ ਮੈਨੂੰ ਵੀ ਨਾ ਅੱਖਰ 'ਚ ਸਭ ਤੋਂ ਵਧੀਆ ਚੀਜ਼ ਲੱਗਦੀ ਹੁੰਦੀ ਸੀ, ਸਭ ਤੋਂ ਪਹਿਲੇ ਮੈਂ ਖੋਲ ਕੇ ਪੜ੍ਹਦੀ ਸੰਪਾਦਕੀ ਨੂੰ, ਕਿਉਂਕਿ ਕਿਸੇ ਦੀ ਹਿੰਮਤ ਹੁੰਦੀ ਹੈ ਘਰਾਰੀ ਗੱਲ ਤੇ ਸੱਚੀ ਗੱਲ ਲਿਖਣ ਦੀ। ਉਦੋਂ ਮੈਨੂੰ ਵੀ ਨਹੀਂ ਉਮੀਦ ਕਿ ਵਿਸ਼ਾਲ ਇੱਦਾਂ ਦੀਆਂ ਸੰਪਾਦਕੀ ਨੋਟ ਲਿਖ ਸਕੇਗਾ, ਔਰ ਮੈਂ ਅੱਗੇ ਉਹ ਕਹਾਂਗੀ ਕਿ ਵਿਸ਼ਾਲ ਨੇ ਗੱਲ 'ਚ ਕਾਮਯਾਬੀ ਹਾਸਲ ਕੀਤੀ ਹੈ, ਕਿਉਂਕਿ ਉਹ ਵਿਜ਼ਨ ਹਾਸਲ ਕਰਨ ਲਈ ਤੁਹਾਨੂੰ ਪੜ੍ਹਨਾ ਪੈਂਦਾ ਹੈ, ਨਵੀਆਂ ਚੀਜ਼ਾਂ ਨਾਲ ਖੁਦ ਨੂੰ ਅਪਡੇਟ ਵੀ ਕਰਨਾ ਪੈਂਦਾ ਹੈ। ਔਰ ਅੱਖਰ ਦੇ ਪਹਿਲੇ ਵਿਸ਼ਾਲ ਸੰਪਾਦਕੀ ਨੋਟ ਸੀ,
ਅੱਜ ਵੀ ਕੰਪਾਲ ਕੀ ਲੋੜ ਹੈ, ਇਸ ਲਈ ਇਸ ਗੱਲ ਦੀ ਮੁਬਾਰਕ ਛਾਪਣ ਨੂੰ ਦੇਣਾ ਤੇ ਬਣਦੀ ਹੈ। ਅੱਛਾ, ਪਰ ਕਈ ਹੁਣ ਮੈਗਜ਼ੀਨਸ ਨੂੰ ਲੈ ਕੇ ਮੇਰੇ ਮਨ ਦੇ ਅੰਦਰ ਵੀ ਕਈ ਤਰ੍ਹਾਂ ਦੇ ਸਵਾਲ ਆਉਂਦੇ ਆ ਹਮੇਸ਼ਾ, ਜੋ ਮੈਂ ਅੱਜ ਗੱਲ ਕਰਨਾ ਚਾਹੁੰਦੀ ਸੀ ਕਿ ਹੁਣ ਫੇਸਬੁੱਕ ਜਾਂ ਕੋਈ ਵੀ ਸੋਸ਼ਲ ਮੀਡੀਆ ਤੁਸੀਂ ਲਗਾ ਲਓ, ਇੱਕ ਤੇ PDF ਫਾਈਲ ਆ ਗਈ, ਦੂਸਰਾ ਸੋਸ਼ਲ ਮੀਡੀਆ ਦੇ ਵਿੱਚ ਡੇਲੀ ਨਜ਼ਮਾਂ ਦਾ ਜੋ ਵਰਤਾਰਾ ਚੱਲ ਰਿਹਾ ਰੋਜ਼ਮਰਾ, ਇੰਨੀਆਂ ਨਜ਼ਮਾਂ ਆ ਰਹੀਆਂ, ਇੰਨੀਆਂ ਨਜ਼ਮਾਂ ਜਾ ਰਹੀਆਂ, ਪਤਾ ਨਹੀਂ ਲੋਕ ਪੂਰਾ ਉਹਨੂੰ ਪੜ੍ਹਦੇ ਹੈ ਨਹੀਂ ਪੜ੍ਹਦੇ ਜਾਂ ਉੱਦਾਂ ਹੀ ਲਾਈਕ ਕਰਦੇ ਆ, ਇਹਦੇ ਬਾਰੇ ਤੇ ਮੈਂ ਕੋਈ ਰਾਏ ਨਹੀਂ ਦੇ ਸਕਦੀ। ਪਰ ਕੀ ਇਹ ਸਾਰੀਆਂ ਚੀਜ਼ਾਂ ਮੈਗਜ਼ੀਨ ਦੇ ਉੱਤੇ ਅਸਰ ਨਹੀਂ ਪਾ ਨਹੀਂ, ਰਹੀਆਂ? ਦੇਖੋ ਅਸਲ ਦੇ ਵਿੱਚ ਪਤਾ ਕੀ ਗੱਲ ਆ ਜੋਤੀ, ਜਦੋਂ ਤੋਂ ਮਤਲਬ ਅਸੀਂ ਹੋਸ਼ ਸੰਭਾਲੀ, ਸਾਡੇ ਤੋਂ ਪਹਿਲੀਆਂ 3-4 ਪੀੜ੍ਹੀਆਂ ਲਿਖਣ ਵਾਲੀਆਂ, ਉਦੋਂ ਵੀ ਜਿਹੜੇ ਮਾਮੂਲੀ ਕਿਸਮ ਦਾ ਨਾਰਮਲ ਲਿਖਣ ਵਾਲੇ ਬੰਦੇ ਵੀ ਸੀਗੇ, ਵਧੀਆ ਲਿਖਣ ਵਾਲੇ ਸੀ, ਉਹ ਅੱਜ ਵੀ ਉਦਾਂ ਹੀ ਸਾਰਾ ਕੁਝ ਚੱਲ ਰਿਹਾ। ਹੁਣ ਆ ਗਿਆ ਅੱਜ ਦੇ ਦੌਰ 'ਚ ਸੋਸ਼ਲ ਮੀਡੀਆ, ਠੀਕ ਹੈ ਨਾ, ਇਹਨੇ ਪੰਜਾਬੀ ਕਵਿਤਾ ਦਾ ਜਿਹੜਾ ਨੁਕਸਾਨ ਕੀਤਾ ਨਾ, ਉਹ ਸਿੱਧੇ ਤੌਰ ਤੇ ਨਹੀਂ ਦਿਸਦਾ ਹੈ। ਹਾਂ ਬਿਲਕੁਲ ਬਿਲਕੁਲ ਹੈ। ਔਰ ਅਸਲ ਦੇ ਵਿੱਚ ਜਿਹੜੀ ਕਿਤਾਬ ਪੰਜਾਬੀ ਦੀ ਜੇ ਘੱਟ ਵਿਕ ਰਹੀ ਹੈ ਨਾ, ਕਵਿਤਾ ਵਧੀਆ ਲਿਖੀ ਜਾ ਰਹੀ ਆ, ਪੰਜਾਬੀ ਕਵਿਤਾ ਦੀ ਕਿਤਾਬ ਘੱਟ ਵਿਕ ਰਹੀ ਆ, ਲੋਕਾਂ ਦਾ ਪਾਠਕਾਂ ਦਾ ਵਿਸ਼ਵਾਸ ਟੁੱਟ ਗਿਆ ਕਵਿਤਾ ਤੋਂ। ਉਹ ਕਿੰਨੇ ਤੁੜਿਆ, ਇਹ ਤੁਸੀਂ ਫੇਸਬੁੱਕ ਕਹਿ ਰਹੇ, ਮੈਂ ਫੇਸਬੁੱਕ ਕਹਾਂਗਾ ਇਹਨੂੰ, ਕਿਉਂਕਿ ਉਹ ਕੀ ਹੁੰਦਾ ਵਾ ਅੱਜ ਮਤਲਬ ਜਿਹੜੇ ਲੋਕ ਨਵੇਂ ਲਿਖਣ ਵਾਲੇ ਨੇ, ਉਹ ਇੱਕ ਬੜਾ ਵੱਡਾ ਮੀਡੀਆ ਬਣ ਗਿਆ, ਉਹਨਾਂ ਨੂੰ ਕਿਸੇ ਮੈਗਜ਼ੀਨ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ ਨਾ। ਉਹ ਕੀ ਕਰਦੇ ਆ ਵੀ ਆਪਾਂ ਅੱਜ ਕਵਿਤਾ ਲਿਖਦੇ ਆ, ਸਵੇਰੇ ਉਹਨੂੰ ਫੇਸਬੁੱਕ ਤੇ ਪਾ ਦਿੰਦੇ ਆ, ਉਹਦੇ ਤੋਂ ਬਾਅਦ ਲਾਈਕ ਆ ਲੈਂਦੇ ਆ, ਕਮੈਂਟ ਆ ਗਏ ਵਧੀਆ ਵਧੀਆ, ਵਾਹ ਵਾਹ ਵਾਹ, ਇੱਥੇ ਲੇਖਕ ਮੌਤ ਹੋ ਜਾਂਦੀ ਲੇਖਕ ਦੀ, ਲੋਕ ਮੰਨ ਜਾਂਦੇ ਮੈਂ ਮੇਰੀ ਦੀ ਵਾਹ ਵਾਹ ਹੋ ਗਈ। ਹੁਣ ਹੁੰਦਾ ਕੀ ਆ, ਉਹ ਕਵਿਤਾ ਪਸੰਦ ਕਰਨ ਵਾਲੇ ਕੌਣ ਨੇ, ਠੀਕ ਹੈ ਨਾ, ਉਹ ਉਸ ਕਬੀਲੇ ਦੇ ਲੋਕ ਨੇ ਜਿਹੋ ਜਿਹਾ ਉਹ ਲਿਖਣ ਵਾਲੇ ਨੇ, ਠੀਕ ਹੈ ਨਾ। ਹੁਣ ਪੰਜਾਬੀ ਇਹ ਸੋਸ਼ਲ ਮੀਡੀਆ ਨੇ, ਇਸ ਫੇਸਬੁੱਕ ਨੇ ਕਵਿਤਾ ਦਾ ਜਿਹੜਾ ਕੁੱਲ ਮਿਲਾ ਕੇ ਬੜਾ ਨੁਕਸਾਨ ਕੀਤਾ। ਪਰ ਜਿਹੜੇ ਨਾਮਵਰ ਲੋਕ ਮਤਲਬ ਲਿਖ ਰਹੇ ਆ, ਵਧੀਆ ਲਿਖ ਰਹੇ ਆ, ਉਹ ਚਾਹੇ ਫੇਸਬੁੱਕ ਤੇ ਪਾਉਂਦੇ ਜਾਂ ਨਹੀਂ ਪਾਉਂਦੇ, ਜੇ ਪਾਉਂਦੇ ਆ ਕਿ ਉਹਨਾਂ ਦੀ ਕਵਿਤਾ ਨੂੰ ਉਦਾਂ ਹੀ ਪਸੰਦ ਕੀਤਾ ਜਾਂਦਾ, ਵੱਧ ਪਸੰਦ ਕੀਤਾ ਜਾਂਦਾ। ਪੰਜਾਬੀ ਮੈਗਜ਼ੀਨ ਦੇ ਵਿੱਚ ਅੱਜ ਵੀ ਜਿਹੜਾ ਚੰਗਾ ਸਾਹਿਤ ਛਪ ਰਿਹਾ, ਉਹ ਕਿਉਂ ਛਪ ਰਿਹਾ ਕਿ ਚੰਗੇ ਲੋਕ ਲਿਖਣ ਵਾਲੇ ਬਕਾਇਆ ਸਾਡੇ ਕੋਲ ਪਏ ਆ। ਪਰ ਤੇ ਉਹਨਾਂ ਇੱਕ ਚੀਜ਼ ਹੈ ਨਾ, ਜਿਹੜੇ ਬਕਾਇਆ ਲੋਕ ਸਾਡੇ ਕੋਲ ਚੰਗੇ ਲਿਖਣ ਵਾਲੇ ਪਏ ਆ, ਤੁਹਾਨੂੰ ਇਹ ਨਹੀਂ ਲੱਗਦਾ ਕਿ ਬਹੁਤ ਉਹੀ ਪੁਰਾਣੇ ਪਏ ਜੋ ਪਹਿਲੇ ਵੀ ਲਿਖ ਰਹੇ ਸੀ? ਕਿਉਂਕਿ ਮੈਂ ਨਵਿਆਂ ਦਾ ਮੁਕਾਮ ਉਹ ਦੇਖ ਹੀ ਨਹੀਂ ਰਹੀ, ਨਵਿਆਂ ਦੇ ਵਿੱਚ ਉਹ ਚੀਜ਼ਾਂ ਨਹੀਂ ਸਾਨੂੰ ਦਿਖਾਈ ਦੇ ਰਹੀ। ਅਸੀਂ ਮੇਰਾ ਦਾ ਮਤਲਬ ਨਵਾਂ ਤੇ ਅਸੀਂ ਗਵਾ ਲਿਆ, ਹੁਣ ਅਸੀਂ ਪੁਰਾਣਿਆਂ ਨੂੰ ਫਿਲਹਾਲ ਅਸੀਂ ਸਮਝ ਰਹੇ ਹਾਂ। ਨਵਿਆਂ ਤੱਕ ਪਹੁੰਚ ਕਿੰਨੀ ਕੋ ਸਾਡੇ ਹੋ ਰਹੀ ਹੈ। ਜੋਤੀ, ਇਹ ਨਾ ਬਹੁਤ ਵੱਡਾ ਮਤਲਬ ਸਵਾਲ ਆ, ਜਿਹਦਾ ਜਵਾਬ ਅਜੇ ਸਾਨੂੰ ਲੱਭਣਾ ਪੈਣਾ, ਪਰ ਫਿਰ ਵੀ ਆਪਾਂ ਗੱਲ ਕਰ ਰਹੇ ਹਾਂ। ਹੁਣ ਦੇਖੋ, ਇੱਕ ਸਮਾਂ ਸੀਗਾ ਕਰਤਾਰ ਸਿੰਘ ਬਲਗਨ ਦੇ ਜਿਹੜੇ ਮੈਗਜ਼ੀਨ ਕਵਿਤਾ ਸੀਗਾ, ਫਿਰ ਆਰਸੀ ਸੀਗਾ, ਨਾਗਮਨੀ ਸੀਗਾ, ਨੀਲਮਨੀ ਸੀਗਾ। ਹੁਣ ਉਹ ਗਰੁੱਪ ਇੱਕ ਜਿਹੜੇ ਨਾਮਵਾਰ ਲੇਖਕ ਸੀਗੇ ਉਸ ਸਮੇਂ ਦੇ ਵਿੱਚ, ਤੇ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਲੇਖਕ ਦਾ, ਔਰ ਉਹ ਅੱਜ ਵੀ ਮਤਲਬ ਯਾਨੀ ਆਪਾਂ 25 ਸਾਲ ਬਾਅਦ ਵੀ ਜੇ ਗੱਲ ਕਰਦੇ ਆ ਨਾ, ਤੇ ਉਹਨਾਂ ਲੇਖਕਾਂ ਦੀ ਗੱਲ ਕਰਦੇ ਆ। ਬਿਲਕੁਲ। ਹਾਂ, ਤੇ ਮੈਂ ਮਤਲਬ ਇੱਕ ਗੱਲ ਉਹ ਵੀ ਸੋਸ਼ਲ ਮੀਡੀਆ ਨੇ ਕਿੱਦਾਂ ਨੁਕਸਾਨ ਕੀਤਾ। ਤੇ ਮੈਂ ਹੁਣ ਮਤਲਬ ਅੱਖਰ ਦੇ ਜਦੋਂ ਆਪਣਾ ਮੈਟਰ ਇਕੱਠਾ ਕਰਨਾ ਹੁੰਦਾ ਹਨਾ, ਤੇ ਮੈਂ ਸੋਚਦਾ ਵਾਂ ਵੀ ਮੈਂ ਹਰਕੀ ਡਾਕਟਰ ਮੋਹਨਜੀਤ ਨੂੰ ਕਹਾਂ ਕਿ ਮੈਨੂੰ ਕਵਿਤਾ ਭੇਜ, ਹੈਨਾ, ਤੇ ਮੈਂ ਜਸਵੀਰ ਭੁੱਲਰ ਨਾਲ ਗੱਲ ਕਰਾਂ, ਮੈਂ ਆਤਮਜੀਤ ਨਾਲ ਗੱਲ ਕਰਾਂ, ਮੈਂ ਇਸ ਬੰਦੇ ਨਾਲ ਗੱਲ ਕਰਾਂ। ਅੱਗੇ ਪੀੜ੍ਹੀ ਬਹੁਤ ਸਾਰੀ ਨੌਜਵਾਨ ਜਿਹੜੀ ਮੇਰੇ ਸਮਕਾਲੀ ਨੇ, ਸਾਰੇ ਵਧੀਆ ਲਿਖ ਰਹੇ ਆ। ਹੁਣ ਆ ਗਈ ਇਹਦੇ ਤੋਂ ਅਗਲੀ ਪੀੜ੍ਹੀ, ਜਿੱਦਾਂ ਸਾਡਾ ਇੱਕ ਆਪਣੀ ਸਾਡੇ ਵੇਲੇ ਦਾ ਇੱਕ ਜਦੋਂ ਇੱਕਦਮ ਕਵਿਤਾ ਵੱਲ ਆਏ ਲੋਕ, ਜਿਹੜੀ ਸਾਡੀ ਪੀੜ੍ਹੀ ਆਈ ਮੋਹਨਜੀਤ ਤੋਂ ਲੈ ਕੇ 5-10 ਸਾਲ ਦੇ ਫਰਕ ਨਾਲ ਜਿਹੜੇ ਇਕੱਠੇ ਹੋਏ, ਉਹ ਵਧੀਆ ਲਿਖਦੇ ਨੇ। ਮੈਂ ਨਾਂ ਨਹੀਂ ਕਿਸੇ ਦਾ ਨਾ, ਉਹ ਵਧੀਆ ਲਿਖ ਰਹੇ, ਅੱਜ ਵੀ ਵਧੀਆ ਲਿਖ ਰਹੇ। ਕੋਈ ਨਾਂ ਰਹਿ ਗਿਆ ਤੇ ਸਮੱਸਿਆ ਖੜੀ ਹੋ ਗਈ। ਤੇ ਹੁਣ ਉਹਦੇ ਤੋਂ ਬਾਅਦ ਜਿਹੜੀ ਆ ਸਾਡੇ
ਤੋਂ ਬਾਅਦ ਦੀ ਜਿਹੜੀ ਪੀੜ੍ਹੀ ਆ ਮਤਲਬ ਜਿਨ੍ਹਾਂ ਦੇ ਮੋਢਿਆਂ ਤੇ ਕਵਿਤਾ ਦਾ ਭਾਰ ਹੋਣਾ ਚਾਹੀਦਾ ਸੀਗਾ ਤੇ ਪਰ ਉਹ ਨਾ ਉਸ ਲੈਵਲ ਤੇ ਮਤਲਬ ਮਤਲਬ ਸਾਹਮਣੇ ਨਹੀਂ ਆ ਰਹੀ ਕੋਈ। ਇੱਥੇ ਕਵਿਤਾ ਦੀ ਮਤਲਬ ਕਵਿਤਾ ਦੁਖੀ ਵੀ ਹੋਊਗੀ, ਪਾਠਕ ਵੀ ਦੁਖੀ ਆ ਤੇ ਅੱਗੇ ਨਾਲੋਂ ਪਾਠਕ ਘਟਣ ਦੇ ਇਹੋ ਗੱਲ, ਕਿਉਂਕਿ ਜੇ ਮਤਲਬ ਇੱਕ ਕੋਈ ਚੰਗਾ ਲੇਖਕ 100 ਚੋਂ ਇੱਕ ਨਿਕਲਦਾ ਵੀ ਆ ਹਨਾ, ਤੇ ਉਹ ਵੀ ਬਹੁਤਾ ਗੋਲਿਆ ਨਹੀਂ ਜਾਂਦਾ, ਠੀਕ ਹੈ ਨਾ। ਉਹਦੇ ਕਾਰਨ ਮਤਲਬ ਬੜੇ ਸਪਸ਼ਟ ਨੇ ਕਿ ਅੱਜ ਕੱਲ ਮਤਲਬ ਜਿਹੜੇ ਵੱਖ-ਵੱਖ ਸ਼ਹਿਰਾਂ 'ਚ ਗਰੁੱਪ ਬਣੇ ਹੋਏ ਆ ਨਾ ਹਨਾ, ਉਹ ਕਵਿਤਾ ਦੀ ਗੱਲ ਨਹੀਂ ਕਰਦੇ, ਉਹ ਮਤਲਬ ਗਰੁੱਪਾਂ ਦੀ ਗੱਲ ਕਰਦੇ ਵੀ ਉਹਦੇ ਤੇ ਨਹੀਂ ਜਾਣਾ, ਉਹਦੇ ਤੇ ਨਹੀਂ ਜਾਣਾ, ਉਸ ਪ੍ਰੋਗਰਾਮ ਤੇ ਨਹੀਂ ਜਾਣਾ। ਤੇ ਉਹਦਾ ਨੁਕਸਾਨ ਕੀ ਹੁੰਦਾ ਵਾ ਕਿ ਜਦੋਂ ਚੰਗੇ ਕਵੀਆਂ ਦੇ ਵਿੱਚ ਮਤਲਬ ਡਾਇਲੌਗ ਨਹੀਂ ਹੈਗਾ, ਠੀਕ ਹੈ ਨਾ, ਤੁਹਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਆ, ਤੁਹਾਨੂੰ ਕੋਈ ਸਮਝਾਉਣ ਵਾਲਾ ਨਹੀਂ, ਤੁਹਾਨੂੰ ਕੋਈ ਟੋਕਣ ਵਾਲਾ ਹੀ ਨਹੀਂ ਹੈਗਾ, ਤੇ ਉੱਥੇ ਫਿਰ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ। ਤੇ ਫਿਰ ਜਿਹੜਾ ਚੰਗਾ ਲਿਖਣ ਵਾਲਾ ਉਹ ਕਹਿੰਦਾ ਵੀ ਮੈਂ ਸੋਸ਼ਲ ਮੀਡੀਆ ਤੋਂ ਕੀ ਲਿਖਣਾ, ਕੀ ਲੈਣਾ। ਔਰ ਜੋਤੀ ਮੈਂ ਬਹੁਤ ਸਾਰੇ ਚੰਗੇ ਦੋਸਤ ਨੇ, ਮਤਲਬ ਮੇਰੇ ਘੇਰੇ ਦੇ ਦੋਸਤ ਨੇ 5-7 ਮੁੰਡੇ ਜਿਹੜੇ ਮੇਰੇ ਨਾਲ ਦਾ ਹੀ ਲਿਖਣ ਡਏ ਆ ਤੇ ਜਾਂ ਮੇਰੇ ਤੋਂ ਅੱਗੇ ਅਗਲੀ ਪੀੜ੍ਹੀ ਜਾਂ ਸਾਡੇ ਤੋਂ ਅੱਗੇ ਲਿਖ ਰਹੀ ਆ। ਉਹ ਕਹਿੰਦੇ ਯਾਰ ਇੰਨੇ ਰੌਲੇ ਰੱਪੇ ਚੋਂ ਕੀ ਲੈਣਾ, ਮਤਲਬ ਅਸੀਂ ਆਪਣੇ ਵਾਸਤੇ ਵੀ ਲੈਂਦੇ ਆ ਕੀ ਕਿਤਾਬ ਛਪਾ ਕੇ ਮਤਲਬ ਇਹ ਪਤਾ ਨਹੀਂ ਇਹ ਸਾਰਾ ਕੁਝ ਕਦੋਂ ਠੀਕ ਹੋਊਗਾ ਕਿ ਇਹਦੇ ਤੋਂ ਵੀ ਹੇਠਾਂ ਜਾਣ ਵਾਲਾ ਸਾਰਾ ਕੁਝ। ਮੈਨੂੰ ਲੱਗਦਾ ਹੈ ਕਿ ਸ਼ਾਇਦ ਹੇਠਾਂ ਜਾਣ ਵਾਲਾ, ਮੈਂ ਕਾਰਨ ਨਹੀਂ ਕਰਦੀ ਹਾਂ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਅਸੀਂ ਛੋਟੇ ਹੁੰਦੇ ਸੀ ਤੇ ਇੱਕ ਚੀਜ਼ ਦੇਖਦੇ ਹੁੰਦੇ ਸੀ, ਸ਼ਾਇਦ ਤੁਸੀਂ ਜਾਣਦਾ ਹੀ ਹੋਵੇਗਾ, ਸਾਡੇ 'ਚ ਨਾ ਵਿਚਾਰ ਚਰਚਾ ਹੁੰਦੀ। ਅਸੀਂ ਮੈਨੂੰ ਯਾਦ ਹੈ ਪਰਮਿੰਦਰ ਜੀ ਦੇ ਆਫਿਸ ਤੇ ਵੀ, ਜਾਂ ਅਸੀਂ ਵੀ ਕਦੇ ਆਪਸ 'ਚ ਸਾਰਿਆਂ ਨੇ ਬੈਠਣਾ ਤੇ ਅਸੀਂ ਖਾਣਾ ਵੀ ਚਾਹ ਦੇ ਕੋਟਲਿਆਂ ਨੇ ਤੇ ਨਾਲ ਕੋਈ ਵਿਚਾਰ ਚਰਚਾ ਛੇੜ ਲੈਣਾ। ਉਹ ਵਿਚਾਰ ਚਰਚਾ ਤੋਂ ਹੀ ਕਿੰਨਾ ਸਾਹਿਤ ਤਿਆਰ ਹੋ ਜਾਂਦਾ ਸੀ। ਅਸੀਂ ਇੱਕ ਦੂਜੇ ਦੇ ਵਿਚਾਰ ਸੁਣਨੇ, ਲੜਨਾ, ਬਹਿਸ ਕਰਨਾ, ਫਿਰ ਇੱਕ ਦੂਜੇ ਨੂੰ ਸੇਧ ਵੀ ਦੇਣੀ, ਨਵੇਂ ਵਿਚਾਰ ਦੇਣੇ। ਹੁਣ ਇਹ ਪੀੜ੍ਹੀ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ, ਉਹ ਕਿਸੇ ਨਾਲ ਵਿਚਾਰ ਚਰਚਾ ਹੀ ਨਹੀਂ ਕਰਦੇ। ਉਹ ਅੱਖਰ ਪੜ੍ਹਦੀ ਹੈ, ਅੱਖਰ ਜੋੜਦੀ ਹੈ, ਇੱਕ ਕਮਰੇ 'ਚ ਬੈਠਦੀ ਹੈ, ਮੋਬਾਈਲ ਚਲਾਉਂਦੀ ਹੈ, ਉਸ ਤੋਂ ਨਜ਼ਮ ਤਿਆਰ ਕਰ ਦਿੰਦੀ ਹੈ, ਯਾਨੀ ਕਿ ਉਹ ਅੱਖਰਾਂ ਦਾ ਜੋੜ ਪੈਦਾ ਕਰਦੀ ਹੈ, ਨਾ ਕਿ ਵਿਚਾਰ ਤੋਂ ਪੈ ਹੀ ਨਹੀਂ ਰਿਹਾ ਵਿੱਚ। ਹਾਂ, ਉਹਦੇ ਵਿੱਚ ਜੋਤੀ ਦੇਖ ਮੈਂ ਤੁਹਾਡੀ ਗੱਲ ਨੂੰ ਅੱਗੇ ਤੋਰਾਂ। ਹੁਣ ਆਇਆ ਕੀ ਆ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ। ਕਿੰਨੇ ਸਾਡਾ ਟਾਈਮ ਖਾਦਾ, ਠੀਕ ਹੈ ਨਾ, ਸਾਡੇ ਮੋਬਾਈਲ ਨੇ ਖਾਦਾ। ਸਾਡੇ ਕੋਲ ਮਤਲਬ ਸਾਡੇ ਦਰਮਿਆਨ ਮਤਲਬ ਦੋਸਤਾਂ ਦਾ ਡਾਇਲੌਗ ਖਤਮ ਹੋ ਗਿਆ। ਡਾਇਲੌਗ ਖਤਮ ਹੋ ਗਿਆ। ਕਵਿਤਾ ਇੱਕ ਡਾਇਲੌਗ ਵੀ ਹੈ। ਉਹ ਡਾਇਲੌਗ ਇੱਕ ਦੂਜੇ ਨਾਲ ਡਾਇਲੌਗ ਕਰਨ ਚਾਹੁੰਦੇ ਆ ਨਾ, ਬੋਲਣ ਤੇ ਸਾਡੇ ਅਸੀਂ ਉਹ ਮਤਲਬ ਇੰਨਾ ਜ਼ਿਆਦਾ ਇਹਦੇ ਗੁਲਾਮ ਹੋ ਗਿਆ। ਹੁਣ ਵੇਖੋ ਅਸੀਂ ਇੰਨਾ ਗੁਲਾਮ ਹੋ ਗਏ ਆ ਕਿ ਸਾਨੂੰ ਟੀਵੀ ਦੱਸਦਾ, ਇੱਕ ਚੈਨਲ ਦੱਸਦਾ ਕਿ ਤੁਸੀਂ ਅੱਜ ਨਾਸ਼ਤਾ ਕਿਹੜਾ ਕਰਨਾ ਹੈ, ਤੇ ਸਾਡੇ ਚੋਂ ਤੇ ਸਾਰਾ ਕੁਝ ਹੀ ਗਵਾਚ ਗਿਆ, ਬੱਕੀ ਹੋ ਗਿਆ। ਬਿਲਕੁਲ ਮੈਂ ਉਹਦਾ ਕੁੱਲ ਮਿਲਾ ਕੇ ਉਹਦਾ ਮਤਲਬ ਨੁਕਸਾਨ ਤਾਂ ਹੋਇਆ ਹੀ ਆ। ਤੇ ਮੈਨੂੰ ਲੱਗਦਾ ਕਿ ਅਸੀਂ ਗਰੋ ਨਹੀਂ ਕਰਾਂਗੇ, ਡਾਊਨ ਜਾਵਾਂਗੇ, ਪਰ ਇਹਦਾ ਬਚਾਅ ਦੇ ਰਸਤੇ ਵੀ ਅਸੀਂ ਨਾਲ ਸੋਚਣੇ ਤੇ ਪੈਣਗੇ। ਠੀਕ ਹੈ, ਕੋਈ ਇੰਪਲੀਮੈਂਟ ਕਰਦਾ, ਕੋਈ ਨਹੀਂ ਕਰਦਾ, ਇਹ ਉਹਦੀ ਮਰਜ਼ੀ ਹੈ, ਪਰ ਸਾਨੂੰ ਇਸ ਬਚਾਅ ਦੇ ਰਸਤੇ ਸਾਡੀ ਵੀ ਜ਼ਿੰਮੇਵਾਰੀ ਹੈ ਲੇਖਕ ਕਿ ਸਾਨੂੰ ਲੱਭਣੇ ਪੈਣਗੇ, ਕਿਉਂਕਿ ਅਦਰਵਾਈਜ਼ ਲੇਖਣੀ ਖਤਮ ਹੋ ਜਾਣੀ ਹੈ। ਤੂੰ ਕਹਿੰਦਾ ਕਿ ਸਿਰਫ ਉਹ ਮੋਬਾਈਲ ਉੱਤੇ ਸ਼ਬਦ ਨਹੀਂ ਜੋੜ ਰਹੇ, ਉਹਨਾਂ ਦੇ ਅੰਦਰ ਜੋ ਇੱਕ ਈਗੋਜ਼ ਆ ਰਹੀਆਂ ਨੇ, ਈਗੋਜ਼ ਉਹਨਾਂ ਦੇ ਅੰਦਰ ਵੱਧ ਰਹੀਆਂ ਕਿ ਅੱਛਾ ਉਹੀ ਤੇਰੀ ਵਾਲੀ ਗੱਲ ਕਿ ਲਾਈਕ ਕਿਉਂ ਨਹੀਂ ਕੀਤਾ। ਬੁੱਕ ਛੁਪਾਉਣ ਦਾ ਅਸਲ ਦੇ ਵਿੱਚ ਫਨ ਵੀ ਕੀ ਹੈ, ਜਸਟ ਇੱਕ ਈਗੋ। ਲੇਖਣੀ ਵੀ ਉਹ ਇੱਕ ਈਗੋ ਸਿੰਬਲ ਦੇ ਵਿੱਚ ਐਡ ਹੋ ਗਈ ਹੈ, ਅਦਰਵਾਈਜ਼ ਲੇਖਣੀ ਕਦੇ ਵੀ ਈਗੋ ਸਿੰਬਲ ਨਹੀਂ ਸੀ। ਲੇਖਣੀ ਦੇ ਅਸੀਂ ਇੰਨਾ ਪੁਰਾਣਾ ਲਿਟਰੇਚਰ ਅਸੀਂ ਪੜ੍ਹਦੇ ਰਹੇ ਹਾਂ, ਚੀਜ਼ਾਂ ਪੜ੍ਹਦੇ ਰਹੇ ਹਾਂ, ਉਹਦੇ ਵਿੱਚ ਇਹ ਹੁੰਦਾ ਸੀ ਕਿ ਅਸੀਂ ਕੁਝ ਨਵਾਂ ਸਿੱਖਣਾ ਹੈ। ਹੁਣ ਪਹਿਲੀ ਗੱਲ ਤੇ ਕੁਝ ਨਵਾਂ ਸਿੱਖਣ ਨੂੰ ਤੇ ਕਾਂਟਾ ਹੀ ਲੱਗ ਗਿਆ। ਉਹ ਇਹ ਕਹਿੰਦੇ ਕਿ ਮੈਂ ਤੁਹਾਨੂੰ ਸਿਖਾਣਾ। ਮੈਂ ਜੋਤੀ ਇੱਕ ਨਾ ਤੁਹਾਨੂੰ ਉਦਾਹਰਨ ਦਿੰਦਾ ਹੈ, ਮਤਲਬ ਵੀ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵਾਹ ਕਰਨ ਵਾਲੇ ਲੋਕ ਆ, ਘੱਟ ਵਧੀਆ ਲਿਖਣ ਵਾਲੇ ਨੂੰ ਕਿੱਦਾਂ ਲਿਆ ਜਾਂਦਾ। ਮੈਂ ਪਿੱਛੇ ਜੇ ਉਦੋਂ ਆਇਆ ਸੀ ਇਟਲੀ ਤੋਂ, ਤੇ ਅੱਖਰ ਤੇ ਹਜੇ 2-3 ਅੰਕ ਕੱਢੇ ਸੀ, ਤੇ ਸਾਨੂੰ ਸੱਦਾ ਆ ਗਿਆ ਇੱਕ ਮੁਹਾਲੀ ਤੋਂ, ਖਰੜ ਤੋਂ, ਵੀ ਆਪਣਾ ਉੱਥੇ ਫਲਾਣੀ ਕੌਰ ਦਾ ਨਾਵਲ ਰਿਲੀਜ਼ ਹੋ ਰਿਹਾ, ਉੱਥੇ ਪਹੁੰਚੋ। ਮੈਂ ਡਾਕਟਰ ਵਿਕਰਮ ਹੋਰ ਦੋਸਤ ਉੱਥੇ ਪਹੁੰਚੇ ਅੱਖਰ ਲੈ ਕੇ, ਤੇ ਮੈਂ ਅਸਲ ਵਿੱਚ ਇਹ ਸੋਚਿਆ ਵੀ ਇਹ ਤੇ ਲੋਕੀ ਮਤਲਬ ਐ ਧਾ ਕੇ ਪੈ ਜਾਣਗੇ ਮੈਨੂੰ ਵੀ ਵਿਸ਼ਾਲ ਆਇਆ ਵਾ, ਅੱਖਰ ਦਾ ਸੰਪਾਦਕ ਆਇਆ,
ਤੇ ਉੱਥੇ ਮਤਲਬ 150-200 ਬੰਦਾ, ਉਹਦੇ ਵਿੱਚੋਂ ਨਾ 4-5 ਬੰਦੇ ਜਿਹੜੇ ਸੀ ਨਾ ਅੱਖਰ ਨੂੰ ਧਰਮਿੰਦਰਜੀਤ ਦੇ ਵੇਲੇ ਨੂੰ ਜਾਣਨ ਵਾਲੇ ਸੀਗੇ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਖਰ ਦੁਬਾਰਾ ਸ਼ੁਰੂ ਹੋ ਗਿਆ। ਤੇ ਮੈਨੂੰ 2-3 ਪੁਰਾਣੇ ਬੰਦੇ ਯਾਰ ਦੋਸਤ ਮਿਲੇ ਜਿਹੜੇ ਮੈਨੂੰ ਜਾਣਨ ਵਾਲੇ ਸੀਗੇ, ਤੇ ਉੱਥੇ ਮਤਲਬ ਤੇ ਉਹ ਦੇਖੋ ਜਿਹੜੇ ਮਤਲਬ ਕਵਿਤਾ ਦੇ ਵਿੱਚ ਮੁੱਖ ਧਾਰਾ ਨਾਲ ਜੁੜੇ ਹੋਏ ਆ ਲੋਕ, ਉਹ ਲੋਕ ਉਹਨਾਂ ਨੂੰ ਜਾਣਦੇ ਵੀ ਨਹੀਂ ਹੈਗੇ। ਤੇ ਤੁਸੀਂ ਹੁਣ ਦੇਖੋ ਵੀ ਉਹ ਲੋਕ ਮਤਲਬ ਕਿਹੜੀ ਦੁਨੀਆ 'ਚ ਜੀ ਰਹੇ ਆ, ਕਿਹੜੇ ਪਾਸੇ ਲੱਗ ਰਹੇ ਆ, ਜਾਂ ਕੀ ਸੋਚ ਰਹੇ ਹੋ ਸਾਹਿਤ ਬਾਰੇ, ਜਾਂ ਉਹ ਕੀ ਦੇਣਗੇ ਸਾਹਿਤ ਨੂੰ। ਮੈਂ ਅੱਗੇ ਸਾਰੀ ਗੱਲ ਤੋਂ ਗੱਲ ਯਾਦ ਆ ਗਈ ਵੀ ਇਹ ਸਾਹਿਤ ਦੇ ਝਗੜਿਆਂ ਦੇ ਵਿੱਚ ਹੋਰ ਕਿਹੜੇ ਝਗੜੇ ਜ਼ਿਆਦਾ ਅੱਜ ਕੱਲ੍ਹ ਵੱਧ ਰਹੇ ਨੇ। ਸਾਨੂੰ ਵੀ ਕਈ ਵਾਰੀ ਇਨਬਾਕਸ 'ਚ ਮੈਸੇਜ ਆ ਜਾਂਦੇ ਜਾਂ ਕਿਸੇ ਵੀ ਚੀਜ਼ 'ਚ ਕਿ ਹੁਣ ਮਰਦਾਂ ਨੂੰ ਇਹ ਸ਼ਿਕਾਇਤ ਹੋਣ ਲੱਗੀ ਕਿ ਜਿਹੜੀਆਂ ਕਵਿਤਾ ਲਿਖਦੀਆਂ ਉਹਨਾਂ ਨੂੰ ਲਾਈਕ ਮਿਲੇ, ਸਾਨੂੰ ਨਹੀਂ ਮਿਲਦੇ। ਮੈਂ ਸੋਚ ਰਹੀ ਹਾਂ ਵੀ ਕਿੱਦਾਂ ਦੀਆਂ ਸ਼ਿਕਾਇਤਾਂ ਪੈਦਾ ਹੋ ਰਹੀਆਂ। ਇਹਦਾ ਮਤਲਬ ਕਿ ਕਵਿਤਰੀਆਂ ਦਾ ਜਿਹੜਾ ਉਹਨਾਂ ਦਾ ਮਨ ਦੇ ਵਿੱਚ ਇੱਕ ਖੌਫ ਆ ਗਿਆ ਮਰਦਾਂ ਨੂੰ ਵੀ ਕਿ ਉਹ ਵੀ ਸਾਰੀ ਚੀਜ਼ਾਂ ਤੇ ਅਸਰ ਪਾ ਰਹੇ। ਇਹ ਸ਼ਿਕਾਇਤਾਂ ਪਹਿਲੇ ਕਿਉਂ ਹੋ ਰਹੀਆਂ? ਇਹ ਪਤਾ ਮੇਰੀ ਗੱਲ ਸੁਣੋ, ਇਹ ਨਾ ਇਹ ਦੋਨਾਂ ਇਹਦੇ ਜਿਹੜੀ ਕਵਿਤਰੀ ਆ ਤੇ ਜਿਹੜਾ ਲੇਖਕ ਆ, ਮਰਦ ਲੇਖਕ, ਆਪਾਂ ਜੇ ਗੱਲ ਕਰਦੇ ਜਿਹੜੀ ਗੱਲ ਤੁਸੀਂ ਕੀਤੀ ਆ, ਇਹ ਮਤਲਬ ਦੋਨੇ ਜਿਹੜੇ ਇਹ ਲੋਕ ਸੋਚਦੇ ਨਾ ਅਸਲ 'ਚ ਦੋਨੇ ਤੌਰ ਤੇ ਮਤਲਬ ਮਾਨਸਿਕ ਬਿਮਾਰੀ ਦੇ ਵਿੱਚੋਂ ਲੰਘ ਰਹੇ ਆ। ਠੀਕ ਹੈ ਨਾ। ਹੁਣ ਔਰਤ ਜਿਹੜੀ ਲੇਖਕ ਆ, ਜੇ ਆਪਾਂ ਗੱਲ ਕਰਦੇ ਆ ਬਿਲਕੁਲ ਸੱਚ, ਤੇ ਉਹ ਕੀ ਕਰਦੇ ਨੇ, ਕਿਉਂਕਿ ਆਪਾਂ ਸਾਰੇ ਫੇਸਬੁੱਕ ਫਰੈਂਡ ਆ, ਹੁੰਦਾ ਕੀ ਆ ਕਿ ਔਰਤ ਜਿਹੜੀ ਹੈਗੀ ਆ ਲੇਖਕ, ਨੌਜਵਾਨ ਕੁੜੀ ਅੱਜ ਹਨਾ, ਉਹ ਆਪਣੀ ਗਜ਼ਲ ਕਵਿਤਾ ਪਾਏਗੀ, ਠੀਕ ਹੈ ਨਾ। ਤੇ ਜੇ ਉਹ ਹੈਗੀ ਆ ਸਪੋਜ਼ ਕਰ ਲਓ 40 ਸਾਲ ਦੀ ਮੰਨਿਆ, ਤੇ ਉਹ ਫੋਟੋ ਆਪਣੀ ਪਾਏਗੀ 22 ਸਾਲ ਵਾਲੀ, ਠੀਕ ਹੈ। ਤੇ ਹੁਣ ਦੱਸੋ ਇਹ ਇੱਥੇ ਤੁਸੀਂ ਕੀ ਕਹੋਗੇ? ਔਰ ਜਿਹੜਾ ਮਤਲਬ ਆਪਣਾ ਲੇਖਕ ਵਾ ਹਨਾ, ਤੇ ਉਹ ਕਵਿਤਾ ਨਹੀਂ ਪੜ੍ਹਦਾ ਹੈਗਾ, ਉਹ ਫੋਟੋ ਲਾਈਕ ਠਾ ਕਰਦਾ, ਕਵਿਤਾ ਲਾਈਕ ਕਰੂਗਾ, ਤੇ ਉਹਨੇ ਵੀ ਭਰਮ ਪਾ ਲੈਣਾ ਕਿ ਮੈਨੂੰ ਇੰਨੇ ਬੜੇ। ਹੁਣ ਦੇਖੋ ਅੱਛਾ ਫੇਸਬੁੱਕ ਦੀ ਤੁਸੀਂ ਇਹ ਦੇਖੋ, ਇੱਕ ਦਿਨ ਮੈਂ ਮਤਲਬ ਕੁਛ ਕਦੀ ਨਾ ਕਦੀ ਕੁਛ ਫੇਸਬੁੱਕ ਤੇ ਜਦੋਂ ਪਾਉਣਾ ਵਾ ਕੋਈ ਵੀ ਆਰਟੀਕਲ ਜਾਂ ਜ਼ਿੰਦਗੀ ਬਾਰੇ ਕੋਈ ਗੱਲ ਜਾਂ ਕੋਈ ਕਵਿਤਾ, ਅਜੇ ਕੀ ਹੋਇਆ ਕਿ ਮੈਂ ਕਵਿਤਾ ਨੂੰ ਆਪਣੀ ਜਿਹੜੀ ਪੋਸਟ ਆ ਉਹਨੂੰ ਕਲਿੱਕ ਕੀਤਾ ਹਜੇ, ਤੇ ਮੈਂ ਕਲਿੱਕ ਕਰਨ ਤੋਂ ਮੇਰੇ ਤੋਂ ਪਹਿਲਾਂ ਜਾਂ ਕਹਿ ਲਓ ਜਾਂ 1 ਸੈਕਿੰਡ ਤੇ 10ਵੇਂ ਹਿੱਸੇ ਜਾ ਉਹਨੂੰ ਲਾਈਕ ਵੀ ਆ ਗਿਆ। ਤੇ 2-3 ਮੈਂ ਕਿਹਾ ਯਾਰ ਇਹ ਕੀ ਬਣ ਗਿਆ, ਅਜੇ ਤੇ ਮੈਂ ਨਹੀਂ ਪੜ੍ਹੀ ਚੰਗੀ ਤਰ੍ਹਾਂ ਦੁਬਾਰਾ ਪਾ ਕੇ। ਉਹ ਫਿਰ ਉਹਨੂੰ ਮੈਂ ਮਤਲਬ ਮੈਸੇਜ ਭੇਜਿਆ ਉਹਨੂੰ ਵੀ ਮਾਮਾ ਜੋ ਮੈਂ ਲਿਖਿਆ ਉਹ ਪੜ੍ਹਦੇ ਰਹਿਣਾ ਸੀ, ਮੈਂ ਕੀਤਾ ਕੀ ਆ ਹੈ। ਤੇ ਇਹਦਾ ਪਿੱਛੇ ਜੇ ਮਤਲਬ ਮੈਂ ਕੋਈ ਹੋਰ ਫੋਟੋ ਪਾਈ, ਤੇ ਉਹ ਪਾਈ ਮੈਂ ਕੋਈ ਜ਼ਿੰਦਗੀ ਦੇ ਸੰਦਰਭ 'ਚ, ਤੇ ਉਹਦੇ 'ਚ ਮੈਂ ਰਾਣੀ ਦੀ ਨਾਲ ਫੋਟੋ ਪਾਤੀ ਹੈ, ਤੇ ਲੋਕੀ ਮੈਨੂੰ ਮੈਰਿਜ ਯੂਨੀਵਰਸਿਟੀ ਦੀਆਂ ਵਧਾਈਆਂ ਦਿੰਦੇ, ਤੇ ਉੱਤੇ ਲਿਖਿਆ ਪੜ੍ਹੇ ਨਹੀਂ ਕਿਸੇ ਨੇ ਫੇਸਬੁੱਕ ਦਾ। ਤੇ ਇਹਨੂੰ ਗੱਲ ਹੀ ਨਾ ਕਰੀਏ, ਆਪਾਂ ਹੋਰ ਗੱਲ ਕਰੀਏ ਮਤਲਬ ਕੋਈ ਐਕਚੁਅਲੀ ਇਹ ਸਾਰੇ ਸੰਦਰਭ ਸਾਡੇ ਸਾਹਿਤ ਨਾਲ ਜੁੜੇ ਆ। ਇਹ ਤਾਂ ਇਹ ਗੱਲ ਅਦਰਵਾਈਜ਼ ਹੋ ਗਈ ਕਿਉਂਕਿ ਇਹ ਸਾਰੀਆਂ ਸ਼ਿਕਾਇਤਾਂ ਇੱਕ ਸਾਹਿਤਕਾਰ ਹੈ ਤੇ ਦੂਜੇ ਸਾਹਿਤਕਾਰ ਨੂੰ ਕਰ ਰਹੇ ਆ ਨਾ। ਜਿੱਦਾਂ ਮੈਂ ਪੜ੍ਹਦੀ, ਮੈਨੂੰ ਵੀ ਬੜਾ ਗੁੱਸਾ ਲੱਗਾ ਕਿ ਅਰੇ ਗੱਲ ਤੇ ਮੈਂ ਅੱਜ ਆਪਣੀ ਕੋਈ ਫੋਟੋ ਨਹੀਂ ਸੀ ਪਾਈ, ਕੁਝ ਨਹੀਂ, ਕਹਿੰਦਾ ਤੁਹਾਡੇ ਆ ਕੀ ਹੈ, ਤੁਸੀਂ ਕੁਝ ਵੀ ਲਿਖ ਦੋ ਲਾਈਕ ਹੋ ਜਾਂਦੇ। ਮੈਂ ਕਿਹਾ ਕਿਉਂ, ਸਾਡੀ ਕਲਾ ਨਹੀਂ ਹੈ, ਸਾਡੀ ਲੇਖਣੀ ਨਹੀਂ ਹੈ। ਮਤਲਬ ਕਿ ਕੁਝ ਲੋਕਾਂ ਦੇ ਇਸ ਰਵੱਈਏ ਕਰਕੇ ਤੁਹਾਡੀ ਆਪਣੀ ਲੇਖਣੀ ਵੀ ਅਸਰ ਕਰ ਗਈ ਹੈ। ਅਸੀਂ ਉਹਨਾਂ ਹੀ ਪਿੱਛੇ ਹਟ ਗਏ ਹਾਂ, ਉਹਨੂੰ ਇੰਨਾ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ, ਕਿਉਂਕਿ ਸਾਨੂੰ ਵੀ ਬੜਾ ਦੁੱਖ ਲੱਗਾ ਕਿ ਤੁਹਾਡੀ ਕਲਾ ਨੂੰ ਨਹੀਂ ਦੇਖਿਆ ਜਾ ਰਿਹਾ, ਤੁਹਾਡੀ ਸ਼ਕਲ ਨੂੰ ਦੇਖਿਆ ਜਾ ਰਿਹਾ। ਉਹ ਚੀਜ਼ ਸਾਨੂੰ ਕਿਤੇ ਨਾ ਕਿਤੇ ਹਰਟ ਕਰਦੀ ਹੈ। ਨਹੀਂ ਉਹੀ ਗੱਲ ਮੈਂ ਕਹਿ ਰਿਹਾ ਸੀਗਾ ਕਿ ਜਦੋਂ ਮਤਲਬ ਜਿੱਦਾਂ ਤੁਸੀਂ ਗੱਲ ਕਰਦੇ ਵੀ ਹਾਈਟ ਕਰਨਾ, ਤੁਸੀਂ ਫਿਰ ਸੋਚਣਾ ਵਾ ਵੀ ਫਿਰ ਮੈਂ ਫੇਸਬੁੱਕ ਤੇ ਕਿਉਂ ਪਾਵਾਂ। ਇਸ ਕਰਕੇ ਜਿਹੜਾ ਮਤਲਬ ਚੰਗਾ ਸਾਹਿਤ, ਚੰਗੀ ਹੁਣ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਮੈਂ ਆਪਣੀ ਕਿਤਾਬ ਦਾ ਨਵਾਂ ਖਰੜਾ ਤਿਆਰ ਕਰਕੇ ਬੈਠਾ, ਹੋਰ ਲੋਕ ਵੀ ਕਰਕੇ ਬੈਠੇ ਹੋਣਗੇ, ਉਹ ਨਹੀਂ, ਉਹ ਫੇਸਬੁੱਕ ਤੋਂ ਦੂਰ ਰਹਿੰਦੇ ਆ। ਜਿਹੜੇ ਸ਼ਾਇਰ ਮਤਲਬ ਹੈਗੇ ਨਾ, ਚੰਗੇ ਸ਼ਾਇਰ, ਚੰਗੀ ਕਵਿਤਾ ਲਿਖਣ ਵਾਲੇ, ਸੱਚੀ ਮੁੱਚੀ ਫੇਸਬੁੱਕ ਤੋਂ ਦੂਰ ਹੀ ਰਹਿੰਦੇ ਆ। ਤੇ ਇਦਾਂ ਮਤਲਬ ਬੰਦਾ ਫੈਡ ਅਪ ਜੋ ਹੋ ਜਾਂਦਾ, ਜਿੱਦਾਂ ਤੁਹਾਨੂੰ ਕਿਸੇ ਨੇ ਮੇਨਾ ਮਾਰਤਾ, ਮੈਸੇਜ ਤੇ ਭੇਜਤਾ। ਦੂਰ ਹੋ ਗਏ, ਮੈਂ ਖੁਦ ਕਮੀ ਚੋਂ ਫੀਲ ਕਰ ਰਹੀ ਹਾਂ। ਮੈਂ ਇੰਨਾ ਕੁਝ ਲਿਖ ਕੇ ਰੱਖਿਆ ਕਿ ਹੁਣ ਮੇਰੀ ਹਿੰਮਤ ਨਹੀਂ ਬਣਦੀ, ਮੈਨੂੰ ਲੱਗਦਾ ਨਹੀਂ ਯਾਰ ਮੇਰੀ ਇਹ ਚੀਜ਼ ਪੜ੍ਹੀ ਨਹੀਂ ਜਾਂਦੀ, ਮੈਂ ਕਿਉਂ ਮਤਲਬ ਕਿ ਲਿਖ ਰਹੀ ਹਾਂ ਕਿਤੇ ਵੀ ਚੀਜ਼। ਇਸ ਲਈ ਇਹਨਾਂ ਚੀਜ਼ਾਂ ਤੋਂ ਨਿਕਲਣ ਦੇ ਰਸਤੇ ਜਾਂ ਕਾਲਜ ਸਟੂਡੈਂਟਸ ਨੂੰ ਕੋਈ ਇਹੋ ਜਿਹੇ ਸੈਮੀਨਾਰ, ਲੇਖਕਾਂ ਨੂੰ ਹੁਣ ਆਪਣਾ ਰਵੱਈਆ ਚੇਂਜ ਕਰਨਾ ਪਏਗਾ। ਉਹ ਕਿਉਂ ਨਹੀਂ ਕੋਸ਼ਿਸ਼ ਕਰਦਾ ਕਿ ਉਹ ਸਟੂਡੈਂਟਸ ਨਾਲ ਮਿਲੇ, ਸੈਮੀਨਾਰਸ ਲਗਾਏ, ਉਹਨਾਂ ਨੂੰ ਅਵੇਅਰ ਕਰੇ ਕਿ ਰਾਈਟਿੰਗ ਦਾ ਅਸਲੀ ਮਤਲਬ ਕੀ ਹੈ।
ਰਾਈਟਿੰਗ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਸ ਲੁੱਟੀ ਗਈ ਜਾਂ ਮੈਂ ਆਪਣੇ ਦੁੱਖ ਹੀ ਲਿਖ ਦੇਣਾ। ਹੁਣ ਔਰਤਾਂ ਦਾ ਅੱਜ ਵੀ ਮਿਆਰ ਨਹੀਂ ਬਦਲਦਾ, ਸ਼ਾਇਦ ਤੂੰ ਵੀ ਮਹਿਸੂਸ ਕਰਦਾ ਹੈ। ਉਹਨਾਂ ਦੀਆਂ ਸ਼ਿਕਾਇਤਾਂ ਖਤਮ ਹੀ ਨਹੀਂ ਹੋ ਰਹੀਆਂ। ਪਿਛਲੀ ਸਦੀ ਤੋਂ ਸ਼ਿਕਾਇਤ ਚੱਲ ਰਹੀ ਹੈ, ਅੱਜ ਦੀ ਸਦੀ 'ਚ ਵੀ ਸੇਮ ਅਗਰ ਕੰਟੀਨਿਊ ਹੈ, ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਡਿਵੈਲਪ ਕੀਤਾ ਹੀ ਨਹੀਂ ਹੈ। ਅਸੀਂ ਕੁਝ ਨਵਾਂ ਲਿਖਿਆ ਹੀ ਨਹੀਂ, ਲਿਖ ਹੀ ਨਹੀਂ ਰਹੇ। ਅੱਛਾ, ਇੱਕ ਮੈਂ ਹੋਰ ਨੋਟ ਕਰਦੀ ਹਾਂ, ਕਿਉਂਕਿ ਤੁਹਾਡੇ ਕੋਲ ਤੇ ਕਵਿਤਾਵਾਂ ਬਹੁਤ ਆਉਂਦੀਆਂ, ਤੁਸੀਂ ਇਸ ਗੱਲ ਦਾ ਜਵਾਬ ਦੇ ਸਕਦੇ ਹੋ। ਜਿਹੜੇ ਬੱਚੇ ਜਨਰੇਸ਼ਨ ਹੈ, ਬੱਚੇ ਵੀ ਅੱਜ ਕੱਲ੍ਹ ਤੇ 12 13 ਸਾਲ ਦੇ ਬੱਚੇ ਵੀ ਲਿਖਣਾ ਸ਼ੁਰੂ ਹੋ ਗਏ। ਹੁਣ ਉਹ ਬੱਚੇ ਵੀ ਜਦੋਂ 19 ਸਾਲ ਦੇ ਵੀ 21 ਸਾਲ ਦੇ ਵੀ ਆਪਣੀ ਕਵਿਤਾ 'ਚ ਇਹ ਲਿਖਦੀ ਹੈ ਕਿ ਮੈਂ ਇਕੱਲਾ ਜੀਣਾ ਸਿੱਖ ਰਿਹਾ, ਮੈਂ ਦੁਨੀਆ ਇੱਦਾਂ ਕਰ ਰਿਹਾ। ਇਹਨਾਂ ਨੂੰ ਥੋੜਾ ਔਡ ਨਹੀਂ ਲੱਗਦਾ ਕਿ ਇਹਨਾਂ ਨੂੰ ਬਿਨਾਂ ਕੋਈ ਚੀਜ਼ ਨੂੰ ਐਕਸਪੀਰੀਅੰਸ ਕੀਤੇ ਆਪਣੀਆਂ ਇੱਦਾਂ ਦੀਆਂ ਨਜ਼ਮਾਂ ਲਿਖ ਰਹੇ ਹਨ? ਨਹੀਂ, ਹਾਂ, ਇਹਦੇ ਵਿੱਚ ਪਤਾ ਕੀ ਆ, ਇਹਦੇ ਵਿੱਚ ਸਭ ਤੋਂ ਵੱਡੀ ਘਾਟ ਜਿਹੜੀ ਹੈ ਸੰਗਤ ਦੀ ਆ। ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਉਹ ਬੈਠਕ ਹੀ ਨਹੀਂ ਰਹੀ ਸਾਡੇ ਕੋਲ, ਠੀਕ ਹੈ ਨਾ। ਤੇ ਉਹ ਜਦੋਂ ਬੈਠਕ ਹੋ ਗਈ, ਹੁਣ ਅਸਲ ਦੇ ਵਿੱਚ ਪਤਾ ਕੀ ਚਾਹੀਦਾ, ਹਰ ਕਾਲਜ ਦੇ ਵਿੱਚ ਸਾਹਿਤ ਦੇ ਨਾਲ ਸਟੂਡੈਂਟ ਹੁੰਦੇ ਜਿਹੜੇ ਐਮਏ ਪੰਜਾਬੀ ਕਰ ਰਿਹਾ, ਸਾਹਿਤ ਦੀ ਐਮਏ ਕਰ ਰਿਹਾ। ਹੋਣਾ ਕੀ ਚਾਹੀਦਾ ਅਸਲ ਦੇ ਵਿੱਚ ਕਿ ਜਿਹੜੇ ਕਾਲਜ ਦੇ ਵਿੱਚ ਪੰਜਾਬੀ ਦੇ ਲੈਕਚਰਰ ਆ, ਹੈਨਾ, ਜਾਂ ਉੱਥੇ ਸਾਹਿਤ ਨਾਲ ਜੁੜੇ ਲੋਕ ਆ, ਉਹਨਾਂ ਨੂੰ ਬੱਚਿਆਂ ਦੀ ਪ੍ਰਤਿਭਾ ਪਛਾਣ ਕੇ ਉਹਨਾਂ ਦੇ ਨਾਲ ਡਾਇਲੌਗ ਰਚਾਉਣਾ ਚਾਹੀਦਾ, ਉਹਨਾਂ ਨੂੰ ਚੰਗੀਆਂ ਕਿਤਾਬਾਂ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ, ਠੀਕ ਹੈ ਨਾ। ਤੇ ਫਿਰ ਕੁਝ ਹੁਣ ਇੱਥੇ ਸਮੱਸਿਆ ਪਤਾ ਕੀ ਆ, ਜਿਹੜੇ ਗਰੁੱਪ ਬਣੇ ਹੋਏ ਆ, ਠੀਕ ਹੈ ਨਾ, ਤੇ ਕੋਈ ਕਿਤੇ ਜਾ ਨਹੀਂ ਸਕਦਾ, ਇੱਕ ਦੂਜੇ ਨੂੰ ਸੱਦਦੇ ਨਹੀਂ ਹੈਗੇ। ਤੇ ਇਦਾਂ ਜਿਹੜਾ ਨਵਾਂ ਲਿਖਣ ਵਾਲਾ ਬੰਦਾ ਉਹ ਕਿਹੜਾ ਗਰੁੱਪ ਜਿਹੜੇ ਕਿੱਥੇ ਜਾਵੇ, ਠੀਕ ਹੈ ਨਾ। ਤੇ ਉਹਨੂੰ ਮੈਂ ਜਿਹੜੇ ਨਵੇਂ ਲਿਖਣ ਵਾਲਿਆਂ ਨੂੰ ਮੇਰੀ ਇੱਕ ਇਹੀ ਗੁਜ਼ਾਰਿਸ਼ ਆ, ਸਲਾਹ ਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਿਤਾਬਾਂ ਪੜ੍ਹੋ ਲਿਖਣ ਤੋਂ ਪਹਿਲਾਂ। ਮਤਲਬ ਲਿਖੋ ਨਾ, ਬੇਸ਼ੱਕ ਚੰਗੇ ਪਾਠਕ ਬਣੋ, ਪਾਠਕ ਦੇ ਅੰਦਰੋਂ ਜਿਹੜਾ ਲੇਖਕ ਪੈਦਾ ਹੁੰਦਾ, ਤੇ ਵੱਧ ਤੋਂ ਵੱਧ ਸਾਹਿਤ ਪੜ੍ਹਨਾ ਚਾਹੀਦਾ, ਤੇ ਚੰਗਿਆਂ ਬੰਦਿਆਂ ਦੀ ਉਹਨਾਂ ਨੂੰ ਸੰਗਤ ਕਰਨੀ ਪਊਗੀ, ਤੇ ਉਹਦੇ ਵਿੱਚੋਂ ਹੀ ਉਹ ਲੱਭ ਸਕਦਾ ਕੁਝ। ਤੇ ਜੇ ਉਹ ਆਪਣਾ ਫੇਸਬੁੱਕ ਦੇ ਚੱਕਰ 'ਚ ਪੈ ਕੇ ਵਾਹ ਕਰੀ ਜਾਊਗਾ, ਠੀਕ ਹੈ ਨਾ, ਤੇ ਵਾਹ ਸੁਣੀ ਜਾਊਗਾ, ਜੇ ਉਹਨੂੰ ਉਹ ਹੀ ਪਸੰਦ ਹੋਊਗਾ, ਤੇ ਮੈਂ ਸਮਝਦਾ ਉਹਦਾ ਨਾ ਗੱਲ ਬਣਿਆ ਹੀ ਕੁਛ ਤੇ ਨਾ ਹੀ ਉਹਦਾ ਅੱਜ ਬਣਨਾ। ਅੱਛਾ, ਪਰ ਮੇਰਾ ਇੱਕ ਸਵਾਲ ਹੈ ਤੇਰੀ ਇਸ ਗੱਲ ਤੇ। ਅਸੀਂ ਕਹਿੰਦੇ ਹਾਂ ਕਿ ਕਿਤਾਬਾਂ ਵੀ ਸਾਨੂੰ ਪੜ੍ਹਨਾ ਜ਼ਰੂਰੀ ਹੈ, ਅੱਛੀ ਸੰਗਤ ਵੀ ਜ਼ਰੂਰੀ ਹੈ, ਪਰ ਲੇਖਕ ਬਣਨ ਤੋਂ ਪਹਿਲਾਂ ਜਾਂ ਲੇਖਕ ਹੋਣ ਤੋਂ ਪਹਿਲਾਂ ਲੋਕਾਂ 'ਚ ਵਿਚਰਨਾ, ਲੋਕਾਂ ਨੂੰ ਤਜਰਬਾ ਕਰਨਾ। ਜਿੱਦਾਂ ਹੁਣ ਪਾਸ਼ ਦੀ ਗੱਲ ਕਰੀਏ, ਹੁਣ ਪਾਸ਼ ਨੇ ਵੀ ਉਹ ਲੋਕਾਂ 'ਚ ਵਿਚਰਦਾ ਸੀਗਾ, ਤੇ ਉਹਦੀ ਕਵਿਤਾ ਅੱਜ ਵੀ ਜ਼ਿੰਦਾ ਹੈ। ਮੰਟੋ ਨੇ ਲੇਖਣੀ ਕੀਤੀ, ਉਹ ਲੋਕਾਂ 'ਚ ਵਿਚਰਦਾ ਸੀਗਾ ਕਿ ਤਾਂ ਹੀ ਉਹਦੀਆਂ ਕਵਿਤਾਵਾਂ ਜਾਂ ਮੰਟੋ ਦੀਆਂ ਕਹਾਣੀਆਂ ਜ਼ਿੰਦਾ ਹੈ। ਅਸੀਂ ਆਪਣੀ ਜਨਰੇਸ਼ਨ ਨੂੰ ਜਾਂ ਅੱਜ ਜਿਹੜੇ ਏਸੀ ਦੇ ਵਿੱਚ ਅਸੀਂ ਲੋਕ ਬੈਠੇ ਹਾਂ, ਅਸੀਂ ਵਿਚਰਨ ਦੀ ਸਲਾਹ ਕਿਉਂ ਨਹੀਂ ਦਿੰਦੇ ਕਿਤਾਬਾਂ ਦੇ ਪੜ੍ਹਨ ਦੇ ਨਾਲ? ਅੱਛਾ, ਉਹਦੇ ਵਿੱਚ ਉਹੀ ਗੱਲ ਹੈ ਨਾ, ਮਤਲਬ ਇਹ ਇੱਕ ਗੱਲ ਆ ਕਿ ਘੱਲੂ ਘਾਰੇ ਦੁਨੀਆ ਤੇ ਆਉਂਦੇ ਆ ਬਹੁਤ, ਠੀਕ ਹੈ ਨਾ। ਉਸ ਵਿਸ਼ਵ ਪੱਧਰ ਤੇ ਚਾਹੇ ਤੁਸੀਂ ਰਸ਼ੀਆ ਦੀ ਕ੍ਰਾਂਤੀ ਦੀ ਗੱਲ ਕਰ ਲਓ, ਆਪਣਾ ਚਾਈਨਾ ਦੇ ਵਿੱਚ ਜੋ ਹੋਇਆ ਜਦੋਂ ਟੈਂਕਾਂ ਹੇਠ ਲਤਾੜੇ ਗਏ ਨੌਜਵਾਨ ਹੱਕ ਮੰਗਦੇ, ਉਹਨਾਂ ਦੀ ਗੱਲ ਕਰ ਲਓ ਤੁਸੀਂ, ਕਿਸਾਨ ਸੰਘਰਸ਼ ਦੀ ਗੱਲ ਕਰ ਲਓ, ਨਕਸਲਾਈਟ ਮੂਵਮੈਂਟ ਦੀ ਗੱਲ ਕਰ ਲਓ, ਠੀਕ ਹੈ ਨਾ। ਇਹ ਮਤਲਬ ਹੁਣ ਉਸ ਸਮੇਂ 'ਚ ਤੇ ਇਸ ਸਮੇਂ 'ਚ ਪਹਿਲੀ ਗੱਲ ਬਹੁਤ ਜ਼ਿਆਦਾ ਫਰਕ ਪੈ ਗਿਆ, ਠੀਕ ਹੈ ਨਾ। ਔਰ ਉਦੋਂ ਉਸ ਮੂਵਮੈਂਟ ਵੇਲੇ ਜਿਸ ਪਾਸ਼ ਦੀ ਤੁਸੀਂ ਗੱਲ ਕਰ ਰਹੇ ਆ, ਮਤਲਬ ਹਜ਼ਾਰਾਂ ਕਵੀਆਂ ਨੇ ਲਿਖਿਆ, ਠੀਕ ਹੈ ਨਾ, ਤੇ ਪਰ ਸਾਹਮਣੇ ਕਿਹੜੇ ਲੋਕ ਆਏ? ਪਾਸ਼ ਆਇਆ, ਦਰਸ਼ਨ ਖਟਕੜ ਆਇਆ, ਇੰਤੋਜ਼ ਆਇਆ, ਠੀਕ ਹੈ ਨਾ, ਹਰਭਜਨ ਹਲਵਾਰ ਵੀ ਆਇਆ, ਹੋਰ ਕੁਝ ਲੋਕ ਜਿਹੜੇ ਇਸ ਲੜੀ 'ਚ ਨਾਲ ਜੁੜੇ ਹੋਣਗੇ, ਹੈ ਨਾ, ਉਸ ਮੂਵਮੈਂਟ 'ਚੋਂ ਨਿਕਲੇ। ਹੁਣ ਜਿਹੜਾ ਮਤਲਬ ਅੰਦਰ ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਹਰ ਬੰਦੇ ਦੇ ਡੈਫਥ ਵਿੱਚ ਕੀ ਪਿਆ, ਠੀਕ ਹੈ ਨਾ, ਜਿਸ ਨੇ ਉਸ ਸਾਰੇ 'ਚੋਂ ਵਿਚਰਦਿਆ, ਉਸ ਦੀ ਗੱਲ ਸਮਝ ਆਈ, ਉਹਦੀ ਪਕੜ 'ਚ ਆਇਆ ਸਾਰਾ ਕੁਝ। ਕਿਉਂਕਿ ਮੈਂ ਉਹ ਕੁਝ ਗੱਲ ਪਹਿਲਾਂ ਕਹੀ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿ ਕੁਝ ਮਾਂ ਦੀ ਗਰਭ ਦੇ ਵਿੱਚੋਂ ਆਇਆ। ਹੁਣ ਕਿਸਾਨ ਸੰਘਰਸ਼ ਦੇ ਉੱਤੇ ਮਤਲਬ ਕਿਤਾਬਾਂ ਛਪੀਆਂ, ਮਤਲਬ ਲੋਕਾਂ ਨੇ ਕਿਤਾਬਾਂ ਛਪਾ ਦਿੱਤੀਆਂ, ਕਵਿਤਾ ਲਿਖ ਦਿੱਤੀਆਂ, ਪਰ ਉੱਥੇ ਮਤਲਬ ਹੋ ਸਕਦਾ ਜਿੰਨੀ ਦੇਰ ਦਾ ਸੰਘਰਸ਼ ਛਿੜਿਆ ਵਾ, ਤੇ ਜੇ 20 ਕਿਤਾਬਾਂ ਛਪੀਆਂ ਹੋਣਗੀਆਂ
ਤੇ ਮੇਰਾ ਖਿਆਲ ਅਸੀਂ ਉਹਦੇ ਵਿੱਚੋਂ 20 ਜਾਂ 25 ਕਵਿਤਾਵਾਂ ਹੀ ਚੰਗੀਆਂ ਕੱਢ ਸਕਦੇ ਆ। ਤੇ ਇਹ ਵਿਚਰਨ ਦੀ ਗੱਲ ਹੁੰਦੀ ਆ ਕਿ ਬੰਦਾ ਪਹਿਲੀ ਗੱਲ ਆ ਵੀ ਆਪਣੇ ਆਪ ਨਾਲ ਕਿੱਦਾਂ ਵਿਚਰਦਾ। ਪਹਿਲੀ ਗੱਲ ਜਿੱਥੇ ਜਿੱਦਾਂ ਧਰਾਤਲ ਬੰਦਾ, ਜੇ ਤੁਸੀਂ ਆਪਣੇ ਆਪ ਨਾਲ ਹੀ ਨਹੀਂ ਵਿਚਰਦੇ, ਤੁਹਾਨੂੰ ਆਪਣੀ ਸਪੇਸ ਦਾ ਹੀ ਨਹੀਂ ਪਤਾ, ਤੁਹਾਨੂੰ ਆਪਣੀ ਪ੍ਰੋਬਲਮ ਦਾ ਹੀ ਨਹੀਂ ਪਤਾ, ਤੇ ਤੁਸੀਂ ਐ ਕਰਕੇ ਭਾਜੋਗੇ ਕਿਸੇ ਪਾਸੇ ਤੇ ਗਵਾਚ ਹੀ ਜਾਣਾ ਉਸ ਵਿੱਚ। ਮੇਰਾ ਜਵਾਬ ਹੋ ਗਿਆ ਕਿ ਪਹਿਲੇ ਖੁਦ ਨਾਲ ਵਿਚਰਨਾ ਵੀ ਆਣਾ ਚਾਹੀਦਾ, ਫਿਰ ਤੁਸੀਂ ਅੱਛਾ ਸਾਹਿਤ ਪੈਦਾ ਕਰ ਸਕਦੇ ਹੋ। ਅੱਛਾ, ਤੁਸੀਂ ਆਪਣੇ ਆਪ ਨਾਲ ਕਮਿਟ ਆ ਨਾ, ਆਪਣੇ ਤੁਸੀਂ ਬਣਨਾ ਚਾਹੁੰਦੇ ਆ ਕੁਝ, ਤੁਹਾਡੇ ਅੰਦਰ ਕੁਝ ਪਿਆ, ਤੁਹਾਨੂੰ ਪਤਾ ਲੱਗੇ ਕਿ ਮੇਰੇ ਅੰਦਰ ਆ ਵਾ, ਫਿਰ ਤੁਸੀਂ ਰਾਹ ਵੀ ਲੱਭ ਲੈਣੇ ਆ, ਫਿਰ ਤੁਸੀਂ ਬੰਦੇ ਵੀ ਲੱਭ ਲੈਣੇ ਆ, ਤੇ ਕਵੀ ਵੀ ਲੱਭ ਲੈਣੇ ਆ, ਸੰਗਤ ਵੀ ਲੱਭ ਲੈਣੀ, ਤੇ ਸੰਗਤ ਨੇ ਵੀ ਤੁਹਾਨੂੰ ਲੱਭ ਲੈਣਾ। ਸੰਗਤ ਨੇ ਵੀ ਲੱਭ ਲੈਣਾ। ਤੇ ਜਦੋਂ ਦੋਨਾਂ ਦੇ ਮੇਲ ਹੋ ਜਾਣਗੇ, ਤੇ ਮੇਰਾ ਖਿਆਲ ਆ ਕਿ ਜੇ ਔਰਤ ਲੇਖਕਾਂ ਦੀ ਗੱਲ ਕਰੀਏ ਤੇ ਹੋਰ ਨਾਲ ਤੋਂ ਇਲਾਵਾ ਬਹੁਤ ਸਾਰੇ ਨਾਮ ਨੇ, ਪਰ ਆਪਾਂ ਦੋਨੇ ਬੈਠੇ ਆ, ਉਹਦੇ ਚ ਜੋਤੀ ਬਾਵਾ ਨਿਕਲੇਗੀ। ਬਿਲਕੁਲ, ਕਿਉਂਕਿ ਮੈਂ ਖੁਦ ਲਾਈਫ 'ਚ ਇਦਾਂ ਹੀ ਨਿਕਲੀ ਆ। ਸੰਗਤ ਨੇ ਵੀ ਮੇਰੀ ਲਾਈਫ 'ਤੇ ਬਹੁਤ ਅਸਰ ਕੀਤਾ ਹੈ। ਕੁਝ ਮੈਂ ਆਪਣੇ ਆਪ ਨਾਲ ਵਿਚਰਨ ਨਾਲ ਜੋ ਮੈਂ ਤਜਰਬਿਆਂ 'ਚੋਂ ਨਿਕਲਦੀ ਆ, ਉਹੀ ਜ਼ਿਆਦਾਤਰ ਲਿਖਣ ਦੀ ਕੋਸ਼ਿਸ਼ ਕਰਦੀ ਆ, ਤੇ ਉਹੀ ਚੀਜ਼ਾਂ ਦੀ ਘਾਟ ਅਸੀਂ ਅੱਜ ਵੀ ਮਹਿਸੂਸ ਕਰਦੇ ਹਾਂ ਵੀ ਕਿਤੇ ਨਾ ਕਿਤੇ ਚੀਜ਼ 'ਚ। ਕਿਉਂਕਿ ਜਿੱਦਾਂ ਹੁਣ ਤੂੰ ਸੰਪਾਦਕੀ ਨੋਟ ਲਿਖਦਾ ਹੈ ਤੇ ਬਿਲਕੁਲ ਉਹਦੇ 'ਚੋਂ ਵਿਚਰਦਾ, ਉਹਨੂੰ ਫੀਲ ਕਰਦਾ, ਅਬਜ਼ਰਵ ਕਰਦਾ, ਹੋਰ 10 ਰਸਾਲੇ ਪੜ੍ਹਦਾ ਜਾਂ ਉਸ ਸਥਿਤੀ ਨੂੰ ਦੇਖਣ ਦੀ ਕੋਸ਼ਿਸ਼ ਕਰਦਾ, ਫਿਰ ਤੇ ਸੰਪਾਦਕੀ ਨੋਟ ਬਣਦਾ ਨਾ। ਇਦਾਂ ਤਾਂ ਕੋਈ ਵੀ ਚੀਜ਼ ਨਹੀਂ ਬਣ ਸਕਦੀ ਕਿਸੇ ਵੀ ਚੀਜ਼ 'ਚ। ਨਹੀਂ, ਉਹਦੇ ਵਿੱਚ ਦੇਖੋ, ਪਤਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਤੁਹਾਡਾ ਵਿਜ਼ਨ ਕੀ ਆ, ਹਨਾ, ਪਰ ਤੁਹਾਡੇ ਪੜ੍ਹਨ ਦਾ ਘੇਰਾ, ਦੋਸਤੀਆਂ ਦਾ ਘੇਰਾ, ਤੁਹਾਡੇ ਵਿਸ਼ਵ ਦੇ ਵਿੱਚ ਕੀ ਵਰਤਾਰਾ ਵਾਪਰ ਰਿਹਾ, ਸਾਰਾ ਕੁਝ। ਹੁਣ ਮੇਰੇ ਬਹੁਤ ਸਾਰੇ ਜਿਹੜੇ ਸੰਪਾਦਕੀ ਨੋਟ ਆ, ਤੁਸੀਂ ਪੜ੍ਹੋ। ਜੇ ਮੈਂ ਮਤਲਬ ਸੰਪਾਦਕ ਦੇ ਕਮਰੇ ਵਿੱਚ ਬਹੁਤ ਰੌਲਾ ਲਿਖਦਾ, ਹਨਾ, ਉਹਦੇ ਵਿੱਚ ਮੈਂ ਵਿਦ ਐਵੀਡੈਂਸ, ਮਤਲਬ ਤਰੀਕਾਂ ਦੇ ਨਾਲ ਘਟਨਾਵਾਂ ਦਾ ਵੇਰਵਾ ਕਰਦਾ, ਠੀਕ ਨਹੀਂ? ਉਹ ਮੈਨੂੰ ਸੁੱਤੇ ਪਏ ਨੂੰ ਸੁਪਨੇ ਤੇ ਨਹੀਂ ਆਉਂਦੇ, ਉਹ ਜਾਗਦੀਆਂ ਅੱਖਾਂ ਨਾਲ ਜਾਗਦੇ ਹੋਏ ਉਹ ਮੈਂ ਸਾਰਾ ਕੁਝ ਪੜ੍ਹਦਾ ਤੇ ਰੀਡ ਕਰਦਾ, ਨੋਟ ਕਰਦਾ। ਜੇ ਇੱਕ ਦਿਨ ਦੀ 2 ਦਿਨ ਚ ਮੈਂ ਸੰਪਾਦਕੀ ਲਿਖਦਾ ਨਾ, ਇਹਦੇ ਪਿੱਛੇ 3 ਮਹੀਨਿਆਂ ਦੀ ਮੇਰੀ ਰੀਡਿੰਗ ਦੀ ਹੈਗੀ ਹੈ। ਉਹ ਨਾ ਇੱਕ ਰਸਾਲਾ ਕੋਈ ਏਦਾਂ ਤਿਆਰ ਤੇ ਨਹੀਂ ਹੁੰਦਾ ਨਾ, ਤੇ ਤੁਸੀਂ ਉਹਦੇ ਮੁਕਾਬਲੇ ਅਗਰ ਸੋਸ਼ਲ ਮੀਡੀਆ ਨੂੰ ਰੱਖ ਦੋਗੇ ਤੇ ਤੁਹਾਨੂੰ ਬੜਾ ਫੀਲ ਹੁੰਦਾ ਹੈ ਕਿ ਅਸੀਂ ਕਿੰਨੀ ਮਿਹਨਤ ਕਰ ਰਹੇ ਹਾਂ। ਜਜ਼ਬਾ ਕੌਣ ਦੇਖੇ, ਕੌਣ ਕਿਸੇ ਨੂੰ ਦਿਖਾਏ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮੈਨੂੰ ਲੱਗਦਾ ਹੈ ਹੁਣ ਦੁਬਾਰਾ ਤੋਂ ਛਿੜਨੀਆਂ ਜ਼ਰੂਰੀ ਹੋ ਗਈਆਂ, ਤਾਂ ਕਿ ਉਸ ਜਜ਼ਬੇ ਨੂੰ ਸਮਝਿਆ ਜਾ ਸਕੇ। ਅਗਰ ਅੱਜ ਅਸੀਂ ਇੰਟਰਵਿਊ 'ਚ ਅਸੀਂ ਚਾਹੇ ਸਾਦੇ ਕੁਐਸਚਨ ਕਰੀਏ ਜਾਂ ਅਸੀਂ ਕੰਪਲਿਕੇਟਡ ਗੱਲ ਕਰਨ ਦੇ ਆਦੀ ਹੋ ਗਏ ਹਾਂ। ਅੱਜ ਮੇਰਾ ਤਾਂ ਹੀ ਮਨ ਸੀਗਾ ਕਿ ਕੰਪਲਿਕੇਟਡ ਗੱਲ ਨਹੀਂ, ਸਾਦੇ ਸਵਾਲ ਜਿਹਦੇ 'ਚ ਜ਼ਿੰਦਗੀ ਦੇ ਸਾਰੇ ਰਸਤੇ ਛੁਪੇ ਹੋਏ। ਅਗਰ ਕੋਈ ਜਨਰੇਸ਼ਨ ਵੀ ਸੁਣਦੀ ਹੈ ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਖਾਰਨਾ ਕਿਵੇਂ ਹੈ। ਕੰਪਲਿਕੇਟਡ ਚੀਜ਼ਾਂ ਦੇ ਅਸੀਂ ਆਪਣੇ ਲੇਖਣੀ 'ਚ ਕਰਦੇ ਹੀ ਰਹਿੰਦੇ ਹਾਂ। ਅੱਛਾ, ਇੱਕ ਗੱਲ ਹੋਰ ਆ, ਮਤਲਬ ਹੁਣ ਆਪਾਂ ਨਾਂ ਤੇ ਕੁਝ ਮਿੱਥਿਆ ਸੀ, ਆਪਾਂ ਗੱਲਬਾਤ ਕਰਾਂਗੇ, ਤੇ ਮੈਂ ਮਤਲਬ ਇੱਕ ਸਵਾਲ ਆਪਾਂ ਵਿਚਾਰ ਕਰਦੇ ਉਹਨੇ, ਇੱਕ ਸਵਾਲ ਮੈਂ ਹੀ ਕਰਦਾ ਤੁਹਾਨੂੰ ਵੀ ਜਦੋਂ ਤੁਸੀਂ ਆਪਣਾ ਸਾਹਿਤਕ ਮੀਟਿੰਗਾਂ 'ਚ ਕਿਤੇ ਤੁਹਾਡਾ ਬਣਦਾ ਹੋਵੇ ਸਬੱਬ ਜਾਣ ਦਾ, ਕਿਸੇ ਕਵੀ ਦਰਬਾਰ 'ਚ ਜਾਂ ਕਿਤੇ ਕਿਤਾਬ ਚਰਚਾ ਹੋ ਰਹੀ ਆ, ਤੇ ਉੱਥੇ ਜਿਹੜੇ ਮਰਦ ਲੇਖਕ ਨੇ, ਜਿੱਦਾਂ ਆਪਾਂ ਮਰਦ ਔਰਤਾਂ ਦੀ ਗੱਲ ਕਰਦੇ ਹਾਂ, ਹਨਾ, ਤੇ ਉਹ ਜਿਹੜੇ ਉੱਥੇ ਔਰਤ ਲੇਖਕਾਂ ਬੈਠੀਆਂ ਵਾ, ਜਾਂ ਉਹ ਜੋਤੀ ਨੂੰ ਕਿਵੇਂ ਵੇਖਦੇ ਆ? ਬਿਲਕੁਲ ਇਹ ਵੀ ਸਵਾਲ ਬੜਾ ਔਖਾ ਹੈ, ਪਰ ਉਹ ਮੈਨੂੰ ਲੱਗਦਾ ਹੈ ਕਿ ਜੋਤੀ ਨੂੰ ਐਜ਼ ਅ ਰਾਈਟਰ ਨਹੀਂ ਦੇਖਦੇ, ਮੈਂ ਜੋਤੀ ਨੂੰ ਐਜ਼ ਅ ਫੀਮੇਲ ਦੇਖਦੇ ਹਾਂ, ਜਿਹਦੇ ਕਰਕੇ ਮੈਨੂੰ ਬੜਾ ਇਸ ਚੀਜ਼ ਤੇ ਲੱਗਦਾ, ਕਿਉਂਕਿ ਰਾਈਟਰ ਦੀ ਗੱਲ ਹੀ ਨਹੀਂ ਹੁੰਦੀ, ਰਾਈਟਿੰਗ ਦੀ ਗੱਲ ਹੀ ਨਹੀਂ ਹੁੰਦੀ। ਉਸ ਜਿੰਨੀਆਂ ਵੀ ਮੈਂ ਆਪਣੀ ਲਾਈਫ 'ਚ ਕਿਤਾਬ ਚਰਚਾ ਤੇ ਗਏ ਹਾਂ, ਉਹਦੇ 'ਚ ਸਿਰਫ ਪਰਚੇ ਇਸ ਤਰ੍ਹਾਂ ਪੜ੍ਹੇ ਗਏ ਆ ਕਿ ਜਿਵੇਂ ਉਹ ਮੇਰੇ ਦੋਸਤ, ਚਲੋ ਦੋਸਤ ਨੇ ਦੋਸਤ ਨੂੰ ਕਿਹਾ ਕਿਤਾਬ ਦੇ ਪਰਚੇ ਪੜ੍ਹ ਲਓ, ਤੇ ਜਾਂ ਕਿਸੇ ਨੇ ਦੇਖਿਆ ਕਿ ਜੋਤੀ ਆਈ ਹੈ, ਉਹਨੇ ਕੀ ਪਾਇਆ, ਕਿੱਦਾਂ ਪਾਇਆ, ਕੀ ਲੱਗ ਰਹੀ ਹੈ, 40 ਦੀ ਲੱਗ ਰਹੀ ਹੈ, 30 ਦੀ ਲੱਗ ਰਹੀ, 50 ਦੀ ਲੱਗ ਰਹੀ, 60 ਦੀ ਲੱਗ ਰਹੀ ਹੈ, ਉਹ ਬਸ ਉਹ ਇੱਥੇ ਤੱਕ ਹੀ ਦੇਖ ਕੇ ਜਾਂਦੀ ਹੈ। ਇਹਦੇ ਵਿੱਚ ਪਤਾ ਦੇਖੋ ਕੀ ਜੇ ਉਹ ਥੋੜੀ ਵੱਡੀ ਲੱਗੇਗੀ ਤੇ ਫਿਰ ਉਹਦਾ ਝਗੜਾ ਹੈ ਕਿ ਉਹਦੇ 'ਚ ਉਹਨਾਂ ਨੂੰ ਰਸ ਨਹੀਂ ਲੱਗਦਾ ਤੇ ਚੀਜ਼ਾਂ ਥੋੜੀ ਅੱਗੇ ਨਹੀਂ ਜਾਂਦੀਆਂ। ਪਤਾ ਇੱਕ ਗੱਲ ਹੋਰ ਹੁੰਦੀ ਆ, ਮਤਲਬ ਸਾਡੇ ਜਿਹੜੀਆਂ ਸਾਹਿਤਕ ਸੰਸਥਾਵਾਂ ਨੇ, ਹਨਾ, ਤੇ ਆਪਣਾ ਉਹ ਕੀ ਹੁੰਦਾ ਵਾ ਜਦੋਂ ਕਿਸੇ ਅੱਛੀ ਔਰਤ ਨੂੰ, ਮਤਲਬ ਲੇਖਕਾਂ ਨੂੰ, ਹਨਾ, ਉਹਦੇ 'ਚ ਉਹਨਾਂ ਨੂੰ ਇਗਨੋਰ ਕਰਦੇ ਆ, ਹੈ। ਤੇ ਜਿਹੜੀਆਂ ਨੌਜਵਾਨ ਕੁੜੀਆਂ ਨੇ ਨਾ, ਤੇ ਜਿਹੜੇ ਸੰਸਥਾਵਾਂ ਜਦੋਂ ਕਾਰਡ ਛਾਪਦੇ ਆ ਨਾ, ਠੀਕ ਆ ਨਾ, ਤੇ ਉਹ ਭਾਵੇਂ ਬਠਿੰਡੇ ਬੈਠੀ ਹੋਵੇ, ਪ੍ਰੋਗਰਾਮ ਅੰਮ੍ਰਿਤਸਰ ਹੋਇਆ ਹੋਵੇ, ਹਨਾ,
ਤੇ ਉਹ ਆਪਣਾ ਉਹਨੂੰ ਸੱਦਣਗੇ ਵੀ ਉਹ ਕੁੜੀ ਨੂੰ ਆਪਾਂ ਸੱਦੀਏ, ਠੀਕ ਹੈ ਨਾ। ਤੇ ਉੱਥੇ ਇੱਕ ਗੱਲ ਹੁੰਦੀ ਆ ਵੀ ਹੁਣ ਉਹ ਜਿਹੜੀ ਲੇਖਕ ਆ ਔਰਤ ਮਤਲਬ ਨੌਜਵਾਨ ਕੁੜੀ, ਉਹ ਵੀ ਕੀ ਚਾਹ ਰਹੀ ਹੁੰਦੀ ਆ, ਠੀਕ ਹੈ ਨਾ। ਉਹ ਆਪਣੀ ਬ੍ਰਾਂਡਿੰਗ ਦੇ ਚੱਕਰ 'ਚ ਫਿਰ ਰਹੀ ਹੁੰਦੀ ਆ, ਉਹੋ ਹੀ ਉਹਨੂੰ ਸੱਦਿਆ। ਹੁਣ ਉਹਨਾਂ ਸਾਡੇ ਨਾਲ ਇੱਕ ਬਹੁਤ ਅੱਛੀ, ਮੈਂ ਨਾਂ ਨਹੀਂ ਲੈਣਾ, ਬਹੁਤ ਅੱਛੀ ਲੇਖਕਾ, ਕਵਿਤਾ ਦੇ ਵਿੱਚ ਉਹਦਾ ਵੱਡਾ ਨਾਮ ਹੈ, ਠੀਕ ਆ। ਅਨੁਵਾਦ ਦੇ ਖੇਤਰ 'ਚ ਉਹਦਾ ਵੱਡਾ ਨਾਮ, ਠੀਕ ਹੈ ਨਾ। ਤੇ ਚੰਗੇ ਭਲੇ ਸਰਕਾਰੀ ਉਹਦੇ ਤੇ ਕੰਮ ਵੀ ਕਰ ਰਹੀ ਆ, ਹੈਨਾ। ਪਰ ਉਹਨੂੰ ਮਤਲਬ ਇਗਨੋਰ ਕੀਤਾ ਜਾਂਦਾ ਕਿਉਂਕਿ ਉਹ ਕਿਸੇ ਨੂੰ ਕੁਝ ਨਹੀਂ ਕਰਦੀ, ਠੀਕ ਹੈ ਨਾ। ਤੇ ਉਹਨੂੰ ਕਿਸੇ ਪ੍ਰੋਗਰਾਮ 'ਚ ਹੀ ਨਹੀਂ ਸੱਦਿਆ ਜਾਂਦਾ, ਉਹਦਾ ਏਡਾ ਵੱਡਾ ਨਾਮ ਆ, ਠੀਕ ਆ। ਤੇ ਉਹਨੂੰ ਪਰਾਂ ਕਰ ਦਿੰਦੇ ਆ ਵੀ ਇਹ ਹੁਣ ਸਾਨੂੰ ਕਵੇ, ਹੈਨਾ। ਤੇ ਮਤਲਬ ਸਾਨੂੰ ਫੋਨ ਕਰੇ ਜਾਂ ਦੂਜੇ, ਉਹ ਉਹਨਾਂ ਚੀਜ਼ਾਂ ਤੋਂ ਦੂਰ ਆ। ਮੈਂ ਉਹਦੀ ਉਦਾਹਰਨ ਇਸ ਕਰਕੇ ਦੇ ਰਿਹਾ ਕਿ ਮਤਲਬ ਉਹ ਜਿੰਨੀ ਦੇਰ ਉਹ ਦੂਰ ਹੋ ਇਹਨਾਂ ਚੀਜ਼ਾਂ ਤੋਂ, ਠੀਕ ਹੈ ਨਾ, ਦਿਨ ਬ ਦਿਨ ਉਹ ਕੰਮ ਮਤਲਬ ਕਰ ਰਹੀ ਆ ਔਰ ਵਧੀਆ ਕੰਮ ਕਰ ਰਹੀ, ਵਧੀਆ ਅਨੁਵਾਦ ਕਰ ਰਹੀ, ਬਹੁਤ ਵਧੀਆ ਕਿਤਾਬਾਂ ਉਹਦੀਆਂ ਆ ਰਹੀਆਂ। ਕਿਉਂਕਿ ਮੈਂ ਇਸ ਚੀਜ਼ ਨਾਲ ਹੀ ਗੱਲ ਜੋੜਦੀ ਨਾ, ਮੇਰਾ ਵੀ ਇੱਕ ਆਰਟੀਕਲ ਮੈਂ ਲਿਖਣ ਦੀ ਕੋਸ਼ਿਸ਼ ਕਰ ਰਹੀ ਹਾਂ ਅੱਜ ਕੱਲ੍ਹ। ਐਕਚੁਅਲੀ ਇਹ ਜਿਹੜੀ ਕੁਆਲਿਟੀ ਸੀ ਨਾ, ਇਹ ਉਹਨਾਂ ਫਿਲਮੀ ਗਲੈਮਰ ਵਰਲਡ ਦੀ ਕੁਆਲਿਟੀ ਸੀ, ਕਿਉਂਕਿ ਗਲੈਮਰ ਵਰਲਡ 'ਚ ਬਿਜ਼ਨਸ ਚੱਲਦਾ ਹੈ। ਉਹ ਇਸ ਲਈ ਯੰਗ ਫੇਸਿਸ ਲੈ ਕੇ ਆਉਂਦੇ ਆ, ਕਿਉਂਕਿ ਕੈਮਰੇ ਉਹ ਯੰਗ ਫੇਸਿਸ ਨੂੰ ਬਹੁਤ ਅੱਛਾ ਕੈਚ ਕਰਦੇ ਆ। ਉਦੋਂ ਇਹ ਚੀਜ਼ ਸਿਰਫ ਉਹਨਾਂ ਵਰਲਡ 'ਚ ਚੱਲਦੀ ਸੀ, ਲਿਟਰੇਚਰ ਦੇ ਵਿੱਚ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ। ਪਰ ਅੱਜ ਦੀ ਡੇਟ 'ਚ ਲਿਟਰੇਚਰ 'ਚ ਵੀ ਸੇਮ ਅਹਿਮੀਅਤ ਹੋ ਗਈ, ਯਾਨੀ ਕਿ ਰਾਈਟਿੰਗ ਵੀ ਉਨकी ਗਲੈਮਰ ਵਰਲਡ ਵਾਂਗੂ ਕੰਮ ਕਰ ਰਹੀ ਹੈ ਔਰ ਆਪਣੀਆਂ ਚੀਜ਼ਾਂ ਨੂੰ ਇੱਦਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ 'ਚ ਰਾਈਟਿੰਗ ਦਾ ਕੋਈ ਮਤਲਬ ਨਹੀਂ। ਨਵਾਂ ਆਏਗਾ, ਯੰਗ ਆਏਗਾ, ਉਹ ਆਏਗਾ 2-4 ਸਾਲ ਕਾਇਮ ਰਹੇਗਾ, ਫਿਰ 2-4 ਸਾਲ ਬਾਅਦ ਦੂਜਾ ਆ ਜਾਏਗਾ। ਇਸ ਤਰ੍ਹਾਂ ਉਹ ਨੁਕਸਾਨ ਉਹਨਾਂ ਦਾ ਹੀ ਹੋ ਰਿਹਾ, ਕਿਉਂਕਿ ਉਹਨਾਂ ਦਾ ਮੁਕਾਮ ਫਿਲਮੀ ਇੰਡਸਟਰੀ ਵਾਂਗੂ 24, 25, 26, 27 ਸਾਲ ਵਾਲਾ ਹੀ ਰਹਿ ਜਾਏਗਾ। ਜਿੱਦਾਂ ਫੈਸ਼ਨ ਸ਼ੋਅ 'ਚ ਕਹਿੰਦੇ ਨਾ 27 ਸਾਲ ਤੋਂ ਬਾਅਦ ਕੋਈ ਵੈਲਿਊ ਨਹੀਂ, ਇਸ ਤਰ੍ਹਾਂ ਹੀ ਹੁਣ ਸਾਡੇ ਰਾਈਟਰਸ ਨਾਲ ਇੱਦਾਂ ਚੀਜ਼ ਹੋ ਰਹੀ ਹੈ। ਅੱਛਾ, ਮੇਰਾ ਇੱਕ ਨਾ, ਮੈਂ ਰਾਈਟਰਾਂ ਬਾਰੇ ਗੱਲ ਵੀ ਕਰਨਾ ਚਾਹੁੰਦਾ ਜੋਤੀ, ਭਾਵੇਂ ਕਿ ਤੇਰਾ ਇਹ ਸਵਾਲ ਨਹੀਂ ਹੈਗਾ, ਪਰ ਮੈਂ ਕੋਈ ਨਹੀਂ, ਮੇਰਾ ਗੱਲ ਸਵਾਲ ਜਵਾਬ 'ਚ ਮੈਂ ਕਹਿਣਾ ਮਤਲਬ ਉਹ ਗੱਲ ਦੇਖੋ, ਇੱਕ ਨਾ ਕਰਨਾ ਅੱਜ ਜਿਹੜੀ ਆਪਣਾ ਇਨਾਮਾਂ ਦੀ ਦੌੜ ਲੱਗੀ ਹੈ ਨਾ, ਹੈਨਾ, ਉਹ ਬਹੁਤ ਖਤਰਨਾਕ ਰੁਝਾਨ, ਬਹੁਤ ਜ਼ਿਆਦਾ, ਬਹੁਤ ਮਤਲਬ ਹੇਠਲੇ ਮਤਲਬ ਆਮ ਇੱਕ ਪਿੰਡ ਦੀ ਜਿਹੜੀ ਸਹਿਤ ਸਭਾ ਤੋਂ ਲੈ ਕੇ ਤੇ ਅਕੈਡਮੀ ਤੱਕ ਮਤਲਬ ਕਿਸੇ ਵੱਡੀ ਸੰਸਥਾ ਤੱਕ ਇਹ ਦੌੜ ਜਿਹੜੀ ਬਹੁਤ ਖਤਰਨਾਕ ਹੈ ਕਿ ਨਾਮ ਜਿਹੜੇ ਆ ਨਾ ਉਹ ਪ੍ਰਾਪਤ ਕੀਤੇ ਜਾਣ, ਭਾਵੇਂ ਉਹਦੀ ਰਚਨਾ ਹੋਵੇ ਨਾ ਹੋਵੇ, ਮਤਲਬ ਸਿਰ ਤੇ ਕਲਗੀ ਲੱਗਣੀ ਚਾਹੀਦੀ ਆ। ਉਸ ਕਲਗੀ ਲਈ ਮਤਲਬ ਛੋਟੇ ਤੋਂ ਛੋਟੇ, ਮੈਨੂੰ ਇਹ ਲੱਗਦਾ ਹੁੰਦਾ ਕਿ ਸੰਪਾਦਕ ਦੇ ਕਮਰੇ ਦੇ ਵਿੱਚ ਲਿਖਦੇ ਆ ਵੀ, ਮਤਲਬ ਜਦੋਂ ਲਿਖ ਰਿਹਾ ਹੁੰਦਾ ਨਾ, ਤੇ ਮੈਨੂੰ ਲੱਗ ਰਿਹਾ ਹੁੰਦਾ ਵਾ ਵੀ ਉਹ ਜਿਹੜੇ ਲੇਖਕ ਨੇ, ਜਿਹੜੇ ਮਤਲਬ ਜਿਹੜੇ ਅਖੌਤੀ ਲੇਖਕ ਜਿਹੜੇ ਨਾਮਾਂ ਦੇ ਪਿੱਛੇ ਭਜਦੇ ਨਾ, ਜਿੱਦਾਂ ਠੂਠੇ ਲੈ ਕੇ ਖਲੋਤੇ ਹੁੰਦੇ ਆ ਵੀ ਇਹਦੇ 'ਚ ਮਤਲਬ ਜਿਹੜਾ ਸਿੱਕਾ ਇਨਾਮ ਦਾ ਉਹ ਸੁੱਟ ਦੋ, ਖਣਕਾ ਦੋ, ਤੇ ਉਹੋ ਹੀ ਖਣਖਣ ਦੇ ਵਿੱਚ ਉਹ ਗਵਾਚ ਕੇ ਰਹਿ ਜਾਂਦੇ ਆ। ਔਰ ਮੈਂ ਇੱਕ ਉਦਾਹਰਨ ਦੇਣੀ ਚਾਹੂੰਗਾ ਇੱਥੇ। ਇੱਕ ਪਾਸੇ ਇਹ ਆ ਕਿ ਇਨਾਮਾਂ ਵਾਸਤੇ ਕਿੱਦਾਂ ਲਿਲਕੜੀਆਂ ਕੱਢੀਆਂ ਜਾਂਦੀਆਂ, ਇਨਾਮ ਕਿੱਦਾਂ ਲਏ ਜਾਂਦੇ ਆ, ਹੈਨਾ। ਮੈਂ ਮਤਲਬ ਸਹਿਤ ਸਭਾ ਪਿੰਡ ਦੀ ਤੋਂ ਲੈ ਕੇ ਵੱਡੇ ਹਰ ਯੂਨੀਵਰਸਿਟੀ ਕਾਲਜ ਸਾਰਾ ਕੁਝ ਦੇਖਦਾ ਜਿੱਦਾਂ ਵਾਪਰਦਾ। ਹੁਣ ਇੱਥੇ ਇੱਕ ਮੈਂ ਰੂਸੀ ਪੱਤਰਕਾਰ ਦਾ ਇੱਕ ਉਦਾਹਰਨ ਦੇਣੀ ਚਾਹੂੰਗਾ। ਉਹਨੂੰ ਹੁਣ ਕਿਉਂਕਿ ਮੈਨੂੰ ਇਸ ਵੇਲੇ ਨਾਮ ਨਹੀਂ ਆ, ਪਰ ਮੈਂ ਸੰਪਾਦਕੀ ਜ਼ਿਕਰ ਕੀਤਾ ਜਾਂ ਚੇਤਾ ਨਹੀਂ ਆ ਰਿਹਾ, ਕਿਉਂਕਿ ਜਿਹੜੇ ਰਸ਼ੀਅਨ ਰਾਈਟਰ ਉਹਨਾਂ ਦੇ ਨਾਮ ਹੀ ਬੜੇ ਔਖੇ ਆ। ਉਹਨੂੰ ਇੱਕ ਉਹ ਦੇਖੋ, ਰਸ਼ੀਆ ਦਾ ਲੇਖਕ, ਉਹਨੂੰ ਇਨਾਮ ਮਿਲਿਆ $5 ਲੱਖ ਦਾ, ਮਤਲਬ ਇੱਕ ਉਹਦੀ ਪੱਤਰਕਾਰੀ ਨੂੰ ਲੈ ਕੇ, ਉਹਦੇ ਕੰਮ ਨੂੰ ਲੈ ਕੇ $5 ਲੱਖ ਦਾ ਇਨਾਮ। ਰਸ਼ੀਆ ਨੇ, ਰੂਸ ਨੇ ਹਮਲਾ ਕੀਤਾ ਯੂਕਰੇਨ ਤੇ। ਗੱਲ ਸੁਣੀ ਧਿਆਨ ਨਾਲ, ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਤੁਸੀਂ ਇਹ ਬੜਾ ਵੱਡੀ ਗੱਲ ਹੈ ਇਹ, ਜਿਹੜੀ ਜਿੱਥੇ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਉਹ ਉਸ ਰੂਸੀ ਪੱਤਰਕਾਰ ਨੇ ਉਹ ਇਨਾਮ ਉਹਦੀ ਨਿਲਾਮ ਕਰਕੇ ਉਹ $5 ਲੱਖ ਪਤਾ ਕਿਹੜੇ ਲੋਕਾਂ ਨੂੰ ਦਿੱਤਾ, ਜਿਹੜੇ ਯੂਕਰੇਨ ਚ ਅਨਾਥ ਹੋਏ ਸੀ, ਵੀ ਉਹ ਫਿਰ ਤੋਂ ਆਪਣਾ ਜਿਹੜੀ ਮੁੱਖ ਧਾਰਾ ਚ ਆ ਕੇ ਬਿਨਾਂ ਬੱਚਿਆਂ ਤੋਂ ਪੜ੍ਹਾਈ ਕਰ ਸਕਣ, ਕੱਪੜੇ ਲੈ ਸਕਣ, ਸਾਰਾ ਦਾਨ ਉੱਥੇ ਉਹਨਾਂ ਨੂੰ
ਉਹਨੂੰ ਕਰ ਦਿੱਤਾ। ਰੂਸ ਨੇ ਹਮਲਾ ਕੀਤਾ ਹਾਂ ਔਰ ਜਿਸ ਅਖਬਾਰ ਦਾ ਉਹ ਸੰਪਾਦਕ ਸੀ ਤੇ ਉਹ ਅਖਬਾਰ ਵੀ ਉਹਨੇ ਬੰਦ ਕਰ ਦਿੱਤੀ। ਅੱਛਾ ਇਹ ਤੁਹਾਨੂੰ ਇਹ ਮੈਨੂੰ ਜਾਣਕਾਰੀ ਹਾਂ ਤੇ ਸੋ ਮੇਰੇ ਕਹਿਣ ਦਾ ਭਾਵ ਵੀ ਲੇਖਕ ਨੂੰ ਮਤਲਬ ਇਦਾਂ ਹੋਣਾ ਚਾਹੀਦਾ ਵਾ। ਉਹ ਲੇਖਕ ਦਾ ਮਤਲਬ ਰਚਨਾ ਦਾ ਮਤਲਬ ਦੇਣਾ ਹੋਣਾ ਚਾਹੀਦਾ, ਕਿਸੇ ਵੀ ਰੂਪ ਚ ਲੈਣਾ ਨਹੀਂ ਹੋਣਾ ਚਾਹੀਦਾ। ਅੱਛਾ ਸਰ ਇਨਾਮਾਂ ਦੇ ਗੱਲ ਤੋਂ ਮੈਨੂੰ ਇੱਕ ਹੋਰ ਗੱਲ ਵੀ ਮੈਂ ਕਰਨਾ ਪਤਾ ਨਹੀਂ ਮੈਂ ਕਿਉਂਕਿ ਅਸੀਂ ਗੱਲਬਾਤ ਕੋਈ ਵੀ ਤਿਆਰੀ ਨਹੀਂ ਕੀਤੀ ਨਾ ਹੀ ਮੈਂ ਕਦੀ ਕਰਦੀ ਹਾਂ। ਹੋ ਸਕਦਾ ਮੈਂ ਇਸ ਗੱਲ ਦੇ ਵਿੱਚ ਮੈਂ ਆਪ ਵੀ ਗਲਤ ਹੋਵਾਂ ਤੇ ਤੂੰ ਸਹੀ ਕਰ ਸਕਦਾ ਹੈ ਜਾਂ ਦਰਸ਼ਕ ਆਪਣੇ ਕਮੈਂਟ 'ਚ ਸਹੀ ਕਰ ਸਕਦੇ ਨੇ। ਜਿਹੜੇ ਇਨਾਮ ਨੇ ਜਿਹੜੇ ਬਾਹਰ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੇ ਇੰਨੇ ਡਾਲਰਸ ਦਾ ਇਨਾਮ ਉਹਨਾਂ ਲੋਕਾਂ ਲਈ ਕੱਢੇ ਆ ਜੋ ਆਲਰੇਡੀ ਐਸਟੈਬਲਿਸ਼ ਹੁੰਦੇ ਨੇ, ਇਕਨੋਮਿਕਲੀ ਵੀ ਉਹ ਬਹੁਤ ਸਟਰੋਂਗ ਹੁੰਦੇ ਨੇ, ਉਹਨਾਂ ਦੇ ਨੇਮ ਫੇਮ ਵੀ ਹੁੰਦੇ ਆ ਤੇ ਉਹਨਾਂ ਆਪਣੀ ਨੈਚੁਰਲੀ ਸਲਾਹ ਮਸ਼ਵਰੇ ਨਾਲ ਹੀ ਕਿਸੇ ਵੀ ਚੀਜ਼ ਨਾਲ ਉਹ ਡਿਸਾਈਡ ਕਰ ਦਿੰਦੇ ਕਿ ਇਸ ਬੰਦੇ ਨੂੰ ਇਨਾਮ ਦੇਣਾ। ਮੈਨੂੰ ਇਹ ਚੀਜ਼ ਹਮੇਸ਼ਾ ਚੁੱਭਦੀ ਹੈ ਕਿ ਜਿਹੜੇ ਉਹ ਲੋਕ ਵੀ ਅਗਰ ਇਨਾਮਾਂ ਦੀ ਪ੍ਰਥਾ ਚਲਾਉਣਾ ਚਾਹੁੰਦੇ ਨੇ, ਜੋ ਲੋਕ ਇਕਨੋਮਿਕਲ ਸਟੈਂਡ ਕਰਦੇ ਨੇ ਉਹਨਾਂ ਨੂੰ ਤੁਸੀਂ ਐਪਰੀਸ਼ੀਏਸ਼ਨ ਅਵਾਰਡਸ ਵੀ ਦੇ ਸਕਦੇ ਹੋ। ਉਹਨਾਂ ਦੀ ਇਕਨੋਮੀ ਨੂੰ ਤੁਸੀਂ ਹੋਰ ਡਬਲ ਟ੍ਰਿਪਲ ਕਰ ਦਿੰਦੇ ਹੋ ਤੇ ਜਿਹੜੇ ਦੂਸਰੇ ਲੇਖਕ ਨੇ ਜਿਹੜੇ ਇਸ ਵੇਲੇ ਅੱਛੇ ਲੇਖਕ ਬਣ ਸਕਦੇ ਆ ਪਰ ਆਪਣੀ ਇਕਨੋਮੀ ਨਾਲ ਸਟਰਗਲ ਕਰ ਰਹੇ ਆ, ਉਹ ਆਪਣੇ ਅਵਾਰਡਸ ਵਾਸਤੇ ਉਹਨਾਂ ਦੀ ਚੋਇਸ ਕਿਉਂ ਨਹੀਂ ਕਰਦੇ, ਉਹਨਾਂ ਨੂੰ ਅੱਗੇ ਕਿਉਂ ਨਹੀਂ ਲਿਆਉਂਦੇ? ਅਗਰ ਉਹਨਾਂ ਨੇ ਰੀਅਲ ਟਰੂ ਮਾਇਨੇ 'ਚ ਕੰਮ ਕਰਨਾ ਹੈ ਤੇ ਉਹ ਆਪਣੇ ਕੋਈ ਟੀਮ ਲਗਾਉਣ ਕਿ ਉਹਨਾਂ ਲੋਕਾਂ ਨੂੰ ਚੁਣ ਕੇ ਅੱਗੇ ਲਿਆਉਣ। ਤੇ ਤੈਨੂੰ ਨਹੀਂ ਲੱਗਦਾ ਪੰਜਾਬ ਨਹੀਂ ਇਹ ਵੇਖੋ ਪਤਾ ਗੱਲ ਕੀ ਆ, ਦੇਖੋ ਜਿਹਦੇ ਕੋਲ ਪੈਸਾ ਨਾ ਹਨਾ ਉਹ ਇਨਾਮ ਨੂੰ ਜਿਹੜੇ ਨਾਮ ਵੱਡੀ ਰਾਸ਼ੀ ਰੱਖਦੇ, ਜੇ ਆਪਾਂ ਵਿਦੇਸ਼ਾਂ ਦੀ ਗੱਲ ਕਰਾਂ ਠੀਕ ਹੈ ਨਾ, ਉਹ ਹੁਣ ਇੱਕ ਨਾਮ ਆ ਵੱਡਾ ਨਾਮ ਹੈ ਠੀਕ ਹੈ ਨਾ, ਉਹਨੂੰ ਨਾਮ ਦਿੰਦੇ ਆ ਠੀਕ ਹੈ ਨਾ, ਉਹਦੇ ਨਾਲ ਅਸਲ ਦੇ ਵਿੱਚ ਜਿਹੜੀ ਸੰਸਥਾ ਵਾ ਨਾ ਹੈ ਨਾ ਉਹ ਕੀ ਹੁੰਦੀ ਆ, ਉਹ ਆਪਣੀ ਬ੍ਰਾਂਡਿੰਗ ਕਰ ਰਹੀ ਹੁੰਦੀ ਨਾਲ। ਇਹ ਇੱਕ ਸੱਚ ਆ, ਇਹਦੇ ਪਿੱਛੇ ਲੁਕੀ ਹੋਈ ਗੱਲ ਆ ਵੀ ਅਸੀਂ ਆਪਣੇ ਫਲਾਣੇ ਬੰਦੇ ਨੂੰ ਨਾਮ ਦਿੱਤਾ ਠੀਕ ਹੈ ਨਾ, ਉਹਨਾਂ ਦੇ ਨਾਲ ਉਹਦੀ ਆਪਣੀ ਬ੍ਰਾਂਡਿੰਗ ਵੀ ਹੋ ਰਹੀ ਹੈ ਪਰ ਉਹਨਾਂ ਦੀ ਆਪਣੀ ਪਰ ਇਹ ਗਲਤ ਆ ਸਾਰਾ ਕੁਝ ਨਾ, ਇਹ ਗਲਤ ਆ। ਉਹ ਇਹ ਕਿਉਂ ਨਹੀਂ ਸੋਚਦੇ ਕਿ ਉਹਨਾਂ ਦੀ ਬ੍ਰਾਂਡਿੰਗ ਨੂੰ ਟ੍ਰਿਪਲ ਫਾਇਦਾ ਹੋ ਜਾਏਗਾ ਕਿ ਉਹ ਰੀਅਲ ਫੈਕਟ ਕੱਢ ਕੇ ਲਿਆਉਂਗੇ। ਅੱਜ ਐਕਚੁਅਲੀ ਪਿੱਛੇ ਨਾ ਕਿ ਰੀਅਲ ਫੈਕਟ ਤੇ ਕੋਈ ਵੀ ਨਹੀਂ ਹੈ। ਉਹਨੇ ਇੱਕ ਇੰਨਾ ਅਮੀਰ ਬੰਦੇ ਨੇ ਸਟੋਰੀ ਦੀ ਕਿਤਾਬ ਲਿਖੀ, ਉਹਨੂੰ ਤੁਸੀਂ ਇੰਨੇ ਲੱਖ ਡਾਲਰ ਦੇਤਾ, ਉਹਦੇ ਅੱਗੇ ਹੀ ਬੜਾ ਅਮੀਰ ਹੈ, ਉਹਨੂੰ ਤਾਂ ਇੰਨਾ ਚੰਗਾ। ਇਹ ਕੋਈ ਪੰਜਾਬੀ ਸਾਹਿਤ ਦੀ ਸੇਵਾ ਨਹੀਂ ਹੈ, ਮੈਂ ਨਹੀਂ ਮੰਨਦੀ ਪੰਜਾਬੀ ਸਾਹਿਤ ਦੀ ਸੇਵਾ। ਤੁਸੀਂ ਕਿਸੇ ਅਮੀਰ ਨੇ ਜਾਂ ਕਿਸੇ ਨੇ ਵੀ ਉਹਨੇ ਕੋਲੋਂ ਤੇ ਰਾਈਟ ਹੈ ਕਿ ਉਹ ਆਪਣਾ ਐਪਰੀਸ਼ੀਏਸ਼ਨ ਅਵਾਰਡ ਲਾ ਕੇ ਉਹ ਰਕਮ ਨੂੰ ਪੰਜਾਬੀ ਸਾਹਿਤ ਦੀ ਡਿਵੈਲਪਮੈਂਟ ਤੇ ਲਾਵੇ, ਉਹ ਤਾਂ ਕਰ ਹੀ ਨਹੀਂ ਰਹੇ। ਹੁਣ ਵੇਖੋ ਪਤਾ ਗੱਲ ਕੀ ਆ, ਮੈਂ ਆਉਣ ਵਾਲੇ ਸਮੇਂ 'ਚ ਨਾ ਮਤਲਬ ਜਿਹੜਾ ਅਸੀਂ ਪ੍ਰਵਿੰਦਰ ਜੀਤ ਯਾਦਗਾਰੀ ਅਵਾਰਡ ਅੱਖਰ ਗੁਰੂ ਕਹਿੰਦੇ ਆ, ਮਤਲਬ ਅਸੀਂ ਉਹ ਫੈਸਲਾ ਕਰ ਚੁੱਕੇ ਹਾਂ ਠੀਕ ਹੈ ਨਾ। ਹੁਣ ਮੈਂ ਕੁਝ ਹੋਰ ਨਾਂ ਲੈਣਾ ਚਾਹੂੰਗਾ। ਦੇਖੋ ਇੱਕ ਉਹ ਵਧੀਆ ਲੇਖਕ ਆ ਪਰ ਉਹ ਹਾਸ਼ੀਏ ਦੇ ਵਿੱਚ ਪਰਾਂ ਨਿਕਲੇ ਹੋਏ ਆ ਕਿਉਂਕਿ ਉਹ ਆਪਣੇ ਸੁਭਾਅ ਦੇ ਲੇਖਕ ਨਾ ਉਹਨਾਂ ਦੀ ਕੋਈ ਕਿਤਾਬ ਤੇ ਲਿਖਦਾ ਵਾ ਨਾ ਉਹਨਾਂ ਨੂੰ ਕੋਈ ਸੱਦਦਾ ਵਾ। ਹੁਣ ਉਹਨਾਂ ਦੇ ਮੇਰੇ ਸਮਕਾਲੀ ਬੰਦੇ ਨੇ ਭਗਵਾਨ ਢਿੱਲੋਂ ਆ ਠੀਕ ਹੈ ਨਾ, ਵਧੀਆ ਲਿਖਣ ਵਾਲਾ ਬੰਦਾ, ਕਿੱਦਾਂ ਨਾਗਮਣੀ ਦੇ ਪੰਨਿਆਂ ਤੇ ਅੱਖਰ ਦੇ ਲੋ ਦੇ ਪੰਨਿਆਂ ਤੇ ਸ਼ਬਦ ਆ ਰਿਹਾ, ਮੋਹਨ ਮਤਿਆਰ ਵੀ ਆ ਠੀਕ ਆ, ਅਜੀਤ ਪਿਆਸਾ ਵਾ। ਉਹ ਮੈਂ ਉਹਨਾਂ ਦੀਆਂ ਲਿਖਤਾਂ ਨਾਲ ਮੈਂ ਸਮਝਦਾ ਕਿ ਵੱਡੇ ਲੇਖਕ ਨੇ, ਉਹ ਵੱਡੇ ਲੇਖਕਾਂ ਚ ਉਹਦੇ ਨਾਮ ਵਾਲੇ। ਪਰ ਉਹ ਹੁਣ ਕੀ ਆਇਆ, ਜ਼ਮਾਨਾ ਆਇਆ ਸੋਸ਼ਲ ਮੀਡੀਆ ਦਾ ਠੀਕ ਹੈ ਨਾ, ਉਹਨਾਂ ਕੋਲ ਉਹ ਫੋਨ ਵੀ ਉਹੀ ਨੋਕੀਆ ਦੇ ਨੇ ਪੁਰਾਣੇ ਫੋਨ ਵਾਲੇ। ਮੈਂ ਕਈ ਵਾਰ ਗੱਲ ਕਰਦਾ ਨਾ ਯਾਰ ਉਹ ਫੋਟੋ ਭੇਜ ਦੀ, ਉਹ ਕਹਿੰਦੇ ਸਾਡੇ ਕੋਲ ਫੋਨ ਹੀ ਦੂਜੇ ਤੈਨੂੰ ਫੋਟੋ ਕੀ ਭੇਜੀਏ ਠੀਕ ਹੈ। ਉਹ ਇਹ ਵਧੀਆ ਲੇਖਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਇਹ ਸੋਸ਼ਲ ਮੀਡੀਆ ਵੀ ਖਾ ਗਿਆ ਉਹਨਾਂ ਤੇ ਉਹ ਕਿਉਂਕਿ ਉਹ ਲੇਖਕ ਸੀਗੇ, ਜਮਾਂਦਰੂ ਲੇਖਕ ਸੀਗੇ, ਉਹ ਪੁੱਛਾ ਨਹੀਂ ਹਿਲਾਉਂਦੇ ਹੈਨਾ, ਤੇ ਜਿਹੜੇ ਪੁੱਛਾ ਮਤਲਬ ਹਿਲਾ ਰਹੇ ਆ ਅੱਜ ਕੱਲ ਠੀਕ ਹੈ ਨਾ, ਤੇ ਉਹ ਫੇਸਬੁੱਕ ਤੇ ਸਕਰੀਨ ਤੇ ਉਹਨਾਂ ਦੇ ਲਿਖਤਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਉਹਨਾਂ ਦੀਆਂ ਵੇਖਣੀਆਂ। ਜੇ ਤੁਹਾਡੇ ਕੋਲ ਵੇਖਣ ਵਾਲੀ ਗੱਲ ਅੱਖ ਹੈਗੀ ਨਾ ਤੇ ਤੁਹਾਨੂੰ ਹਿਲਦੀਆਂ ਪੁੱਛਾਂ ਜਿਹੜੀਆਂ ਉਹ ਸਕਰੀਨ ਤੇ ਵੀ ਦਿਸਣਗੀਆਂ। अच्छा मैं एक चीज़ और क्योंकि गलबात रियली इन्नी नैचुरल हो रही है कि दिल ही नहीं करता कि शूटिंग बात हुई है क्योंकि मैंने पता ही नहीं था कि इस तरह दी गल्लां इन्हें मुकाबला करांगे। अच्छा मैं एक चीज़ नोट की क्योंकि मैं हिंदी च भी लिख लैंदी हाँ, इंग्लिश में कई बारी आर्टिकल आंदा
ਸਿਰਫ ਫ੍ਰੀ ਦੀ ਜਿਹੜੀ ਵਸਤਾਂ ਨਾ, ਜਿੱਦਾਂ ਮੈਂ ਅੱਖਰ ਦੀ ਅਸੀਂ ਵੀ ਉਹਨਾਂ 'ਚ ਹੀ ਆਉਂਦੇ ਹਾਂ। ਹੁਣ ਮੈਨੂੰ ਯਾਦ ਹੈ ਕਿ ਹਿੰਦੀ ਮੈਗਜ਼ੀਨ 'ਚ ਜੇ ਤੁਸੀਂ ਕੁਝ ਵੀ ਆਪਣੀ ਕਵਿਤਾ ਜਾਂ ਕੁਝ ਚੀਜ਼ ਛਪਵਾਉਣੀ ਹੈ, ਉਹ ਤੁਹਾਡੇ ਕੋਲ ਟੋਕਨ ਮਨੀ ਜ਼ਰੂਰ ਲੈਂਦੇ ਆ, ਚਾਹੇ 100 ਲੈਣ, 150 ਲੈਣ, 200 ਲੈਣ। ਸਿਰਫ ਇੱਕ ਪੰਜਾਬੀ ਦਾਇਰਾ ਹੈ ਜੋ ਇੱਕ ਵੀ ਪੈਨੀ ਕਹਿੰਦਾ ਤੇ ਪੰਜਾਬੀ ਭਾਸ਼ਾ ਦੀ ਸੇਵਾ, ਪਰ ਉਹ ਨਹੀਂ ਦਿੰਦਾ ਇੱਕ ਦੂਜੇ ਨੂੰ। ਠੀਕ ਹੈ, ਇਹ ਵੀ ਵਜ੍ਹਾ ਨਹੀਂ ਹੈ ਕਿ ਪੰਜਾਬੀ ਸਾਹਿਤ ਦਾ ਮਿਆਰ ਥੱਲੇ ਡਿੱਗ ਰਿਹਾ, ਕਿਉਂਕਿ ਜਿੱਦਾਂ ਹੁਣ ਅੱਖਰ ਮੈਗਜ਼ੀਨ ਹੈ, ਸਾਨੂੰ ਕਹਿਣਾ ਪੈਂਦਾ ਹੈ ਚੰਦਾ ਦੋ, लेकिन हर राइटर अपना हक समझे कि मेरा अगर मेरी एक आर्टिकल एक संपादक ਨੂੰ पसंद आ रहा है तो ਉਹਦੇ ਵੀ ਮੈਂ ਇੱਕ ਮੈਗਜ਼ੀਨ ਨੂੰ ਵਧਾਉਣ ਵਾਸਤੇ ਆਪਣਾ ਹਿੱਸਾ ਪਾਵਾਂ। ਇੱਦਾਂ ਦਾ ਵੀ ਕੋਈ ਵੀ ਲੇਖਕ ਮਹਿਸੂਸ ਨਹੀਂ ਕੀਤਾ। ਮੈਂ ਵੀ ਇੱਕ ਅਵਾਰਡ ਸ਼ੁਰੂ ਕਰਨਾ ਚਾਹੁੰਦੀ ਹਾਂ, ਪਰ ਉਹ ਕਹਿੰਦੇ ਆ ਕਿ ਸਿਰਫ ਪੰਜਾਬੀਆਂ ਨੇ ਕੰਪਲੇਂਟ ਕੀਤੀ, ਫ੍ਰੀ ਦੇ ਦਿਓ। ਜਦ ਕਿ ਗਵਰਨਮੈਂਟ ਵੀ ਤੁਹਾਨੂੰ ਰਜਿਸਟਰਡ ਹੋਣ ਲਈ ਕਿਸੇ ਚੀਜ਼ ਦੀ ਕਰਨ ਲਈ ਤੁਹਾਡੇ ਕੋਲ ਪੈਸਾ ਚਾਰਜ ਕਰਦੀ ਹੈ। ਅਗਰ ਮੈਂ ਤੁਹਾਨੂੰ ਫ੍ਰੀ ਦੀ ਆਪਸ਼ਨ 'ਚ ਲਿਆਉਂਦੀ ਹਾਂ, ਫਿਰ ਮੈਨੂੰ ਤੁਹਾਡੇ ਕੋਲੋਂ ਫੰਡਸ ਮੰਗਣੇ ਪੈਂਦੇ ਨੇ। ਇਹਦੇ ਨਾਲ ਬੈਟਰ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਕੋਆਪਰੇਟ ਕਰੀਏ। ਬਿਲਕੁਲ। ਇਹਦੇ 'ਚ ਜੋਤੀ ਇਹ ਨਾ ਇੱਕ ਮੈਨੂੰ ਯਾਦ ਆ ਕਿ ਡਾਕਟਰ ਕਰਨੈਲ ਹੋਣਾ ਨੇ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਨਾਗਣੀ ਉਹਦੇ 1 ਤੇ 2 ਰੁਪਏ ਦੀ ਹੁੰਦੀ ਜਦੋਂ ਉਹਨਾਂ ਦੀ ਕਹਾਣੀ ਛਪੀ, ਤੇ ਨਾਲ ਪਤਾ ਨਹੀਂ 1 ਰੁਪਿਆ 20 ਪੈਸੇ ਕਿ 2 ਰੁਪਏ 20 ਪੈਸੇ ਵੀ ਆਏ ਸੀਗੇ, ਹਨਾ, ਜਨ ਸਾਹਿਤ ਵਾਲੇ ਵੀ ਕੁਝ ਪੈਸੇ ਦਿੰਦੇ ਹੁੰਦੇ ਸੀ। ਤੇ ਹੁਣ ਅਸਲ ਦੇ ਵਿੱਚ ਪਤਾ ਗੱਲ ਕੀ ਆ, ਮਹਿੰਗਾਈ ਦਾ ਯੁੱਗ ਇੰਨਾ ਆ ਗਿਆ ਨਾ, ਹੁਣ ਇੱਕ ਮੈਗਜ਼ੀਨ ਜਿਹੜਾ ਆਪਾਂ ਛਪਾਉਣੇ ਆ ਨਾ, ਤੇ ਉਹਨੂੰ ਪੋਸਟ ਕਰਨ ਤੋਂ ਤੇ ਲੋਕਾਂ ਤੱਕ ਪਹੁੰਚਾਉਣ ਤੱਕ ਹਮੇਸ਼ਾ 70-75 ਹਜ਼ਾਰ ਰੁਪਏ ਦਾ ਖਰਚ ਹੁੰਦਾ, ਮਹਿੰਗਾਈ ਹੋਈ। ਤੇ ਹੁਣ ਗੱਲ ਇਹ ਹੈ ਕਿ ਉਹ ਫੰਡ ਕਿੱਥੋਂ ਆਵੇ ਤੇ ਲੇਖਕਾਂ ਨੂੰ ਪੈਸੇ ਕਿੱਥੋਂ ਦਿੱਤੇ ਜਾਣ, ਠੀਕ ਹੈ ਨਾ। ਤੇ ਹੋਣਾ ਤੇ ਇਹ ਚਾਹੀਦਾ ਵਾ ਕਿ ਮਤਲਬ ਜਿਹੜੇ ਮੈਗਜ਼ੀਨ ਕੱਢਣ ਵਾਲੇ ਆ, ਹਨਾ, ਤੇ ਉਹਦੇ ਕੁਝ 5-7 ਬੰਦੇ ਉਹਦੇ ਚਾਹੀਦੇ ਆ ਜਿੰਨਾ ਉਹ ਪੈਸਾ ਖਰਚਦੇ ਆ, ਤੇ ਜਿਹੜਾ ਵੀ ਲੇਖਕ ਉਹਦੇ 'ਚ ਛਪਦਾ ਵਾ ਉਹਦੀ ਰਚਨਾ ਦਾ ਉਹਨੂੰ ਭਾਵੇਂ 500 ਰੁਪਇਆ ਦੇਣ ਜਾਂ 1000 ਰੁਪਇਆ ਦੇਣ, ਲੇਖਕ ਨੂੰ ਪੈਸੇ ਵੀ ਮਿਲਣੇ ਚਾਹੀਦੇ ਆ। ਪਰ ਮੈਨੂੰ ਇਹ ਲੱਗਦਾ ਕਿ ਲੇਖਕ ਨੂੰ ਵੀ ਕੁਝ ਨਹੀਂ, ਹਾਂ, ਉਹਦੇ ਵਿੱਚ ਇਹ ਹੋਣਾ ਚਾਹੀਦਾ ਵਾ। ਉਸ ਤੋਂ ਬਾਅਦ ਹੀ ਇਹ ਹੋਏਗਾ ਕਿ ਹਾਂ ਜਿਹੜੇ ਚੂਜ਼ ਉਹਦੇ ਵਿੱਚ 500 ਜਾਂ ਕੁਝ ਵੀ ਜੋ ਔਰ ਲੇਖਕ ਨੂੰ, ਹਰ ਲੇਖਕ ਨੂੰ ਮਤਲਬ ਇਹ ਵੀ ਚਾਹੀਦਾ ਵਾ ਕਿ ਜੇ ਉਹ ਅਫੋਰਡ ਕਰਦਾ ਤੇ ਵੈਸੇ ਅੱਜ ਦੇ ਦੌਰ 'ਚ ਮੈਨੂੰ ਲੱਗਦਾ ਜੋ ਜਿੰਨਾ ਵੀ ਲੇਖਕ ਬਣ ਰਿਹਾ ਸਾਰਾ ਅਫੋਰਡੇਬਲ ਹੈ, ਕਿਉਂਕਿ ਉਹ ਪੁਰਾਣਾ ਵਕਤ ਸੀਗਾ ਕਿ ਜਦੋਂ ਕੰਗਾਲ ਹੁੰਦੇ ਸੀਗੇ ਲੇਖਕ, ਜਾਂ ਜੋ ਸਿਰਫ ਆਪਣੇ ਲੇਖਣੀ ਲਈ ਇਹਦੇ ਪੈਸ਼ਨ ਦੇ ਸੀਗੇ ਕਿ ਉਹ ਆਪਣੀ ਇਕਨੋਮੀ ਬਾਰੇ ਸੋਚਦੇ ਨਹੀਂ ਸੀ। ਮੈਨੂੰ ਲੱਗਦਾ ਹੁਣ ਤੇ ਰੇਅਰ ਹੀ ਹੈ ਕੋਈ। ਨਹੀਂ, ਮੇਰੇ ਕਹਿਣ ਦਾ ਮਤਲਬ ਜਿਹੜਾ ਬੰਦਾ ਅਫੋਰਡ ਕਰਦਾ ਤੇ ਨਾਲ ਉਹਦਾ ਦਿਲ ਵੀ ਚਾਹੀਦਾ। ਤੇ ਹੁਣ ਅਸੀਂ ਅੱਖਰ ਲੈ ਕੇ ਜਾਂਦੇ ਆ ਨਾ, ਮੈਂ ਜਿੱਦਾਂ ਪਟਿਆਲੇ ਯੂਨੀਵਰਸਿਟੀ ਗਿਆ ਵਾਂ, ਕੁਝ ਲੇਖਕ ਦੋਸਤ ਨੇ, ਹਨਾ, ਉਹ ਸਾਨੂੰ ਗਿਆਨ ਨੂੰ ਪੈਸੇ ਦੇ ਦਿੰਦੇ, ਹਰ ਵਾਰੀ ਦੇ ਦਿੰਦੇ, ਉਹ ਸਾਰਾ ਕੁਝ ਅੱਖਰ ਦੇ ਖਾਤੇ 'ਚ ਹੀ ਆਉਂਦਾ ਉਹ ਮਤਲਬ। ਤੇ ਕੁਝ ਬਾਹਰ ਜਿਹੜੇ ਵਿਦੇਸ਼ਾਂ ਵਿੱਚ ਲੋਕ ਬੈਠੇ ਆ, ਠੀਕ ਹੈ ਨਾ, ਸਾਡੇ ਕੋਲ ਮਤਲਬ ਬਹੁਤ ਸਾਰੇ ਚੰਦੇ ਵੀ ਇਕੱਠੇ ਹੋ ਜਾਂਦੇ ਆ, ਲੋਕ ਭੇਜਦੇ ਆ ਪੈਸੇ, ਔਰ ਜਿਨ੍ਹਾਂ ਨੂੰ ਪਤਾ ਕਿ ਇਹਦੇ ਤੇ ਇੰਨਾ ਜ਼ਿਆਦਾ ਖਰਚ ਹੋਗਾ। ਹੁਣ ਤੇ ਦੂਜੇ ਪਾਸੇ ਮਤਲਬ ਇੱਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਚੱਲ ਠੀਕ ਆ, ਕੋਈ ਨਹੀਂ, ਆ ਗਿਆ, ਠੀਕ ਆ, ਕੋਈ ਗੱਲ ਨਹੀਂ। ਉਹ ਆਪਣਾ ਨਹੀਂ ਸਮਝਦੇ ਵੀ ਚੱਲ 100-200 ਰੁਪਏ ਦੀ ਦੇ ਗਿਆ। ਤੇ ਇਹ ਇਦਾਂ ਚੱਲਦਾ ਹੀ ਰਹਿੰਦਾ। ਕੁਝ ਲੋਕ ਬਹੁਤ ਦਿੰਦੇ ਵੀ ਆ, ਕੁਝ ਲੋਕ ਦਿੰਦਾ ਵੀ ਆ, ਇਹ ਇਦਾਂ ਹੀ ਰਹਿਣਾ। ਮੇਰਾ ਤਾਂ ਮੰਨਣਾ ਹੈ ਕਿ ਸਾਰੇ ਪੰਜਾਬੀ ਦੀ ਅਗਰ ਇਨਾਮਾਂ ਵੱਲ ਝੁਕਣ ਦੀ ਬਜਾਏ ਰੀਅਲ ਸਪੋਰਟ ਦੀ ਵੈਲਿਊ ਨੂੰ ਅਸੀਂ ਸਮਝੀਏ ਕਿ ਸਾਨੂੰ ਕਿੱਥੇ ਸਾਥ ਮਿਲਦਾ। ਮੈਂ ਸਮਝਦਾ ਹਾਂ ਵੀ ਮਤਲਬ ਨਾ ਸਾਡੇ ਲੇਖਕ ਜਿਹੜੇ ਲੋਕ ਨੇ ਜਿਹੜੇ ਅਫੋਰਡ ਕਰਦੇ, ਪਹਿਲਾਂ ਮੈਂ ਕਹਿੰਦਾ, ਜਾਂ ਜਿਹੜੇ ਇਹਨੂੰ ਸਪਾਂਸਰ ਕਰਦੇ ਆ, ਇਸ ਤਰ੍ਹਾਂ ਦਾ ਬਜਟ ਆਪਣੀ ਜ਼ਿੰਮੇਵਾਰੀ ਸਮਝ ਕੇ ਮੈਗਜ਼ੀਨ ਦੇ ਕੋਲ, ਸਾਲੇ ਕੋਲ, ਕਿਸੇ ਕੋਲ ਵੀ ਇੰਨੇ ਕੁ ਪੈਸੇ ਹੋਣ, ਤੇ ਜੇ ਸਪੋਜ਼ ਕਰ ਲਓ ਉਹਦੇ 'ਚ 20 ਲੇਖਕ ਮਤਲਬ ਛਪੇ ਆ, ਹਨਾ, ਤੇ ਜੇ ਤੁਸੀਂ 500-700 ਰੁਪਇਆ ਵੀ ਇੱਕ ਲੇਖਕ ਨੂੰ ਭੇਜਦੇ ਆ ਤੇ 8-10 ਹਜ਼ਾਰ ਰੁਪਇਆ ਉੱਤੇ ਹੋਰ ਪੈ ਗਿਆ ਮੈਗਜ਼ੀਨ ਦੇ ਵਿੱਚ, ਤੇ ਇਹ ਸਾਰਾ ਕੁਝ ਤਾਂ ਹੀ ਸੰਭਵ ਹੋਊਗਾ ਜੇ ਮਤਲਬ ਤੁਸੀਂ ਕੁਝ ਲੋਕ ਦੋਸਤ ਮੈਗਜ਼ੀਨ ਲਈ ਵੀ ਇਨਵੈਸਟ ਕਰਦੇ ਤੇ ਉਹਦੇ ਵਿੱਚੋਂ ਨਿਕਲ ਸਕਦਾ ਸਾਰਾ ਕੁਝ। ਕੋਈ ਗੱਲ ਨਹੀਂ, ਗੱਲਾਂ ਤੇ ਸੱਚੀ ਮੁੱਕ ਵੀ ਨਹੀਂ ਸਕਦੀਆਂ ਜਿੰਨੀਆਂ ਗੱਲਾਂ ਵਿਸ਼ਾਲ ਕੋਲ ਵੀ ਜਮਿਆ, ਜਿੰਨੇ ਸਾਲ ਸਾਡੇ ਅੰਦਰ ਵੀ ਹੈ। ਪਰ ਮੈਂ ਸਾਰੇ ਦਰਸ਼ਕਾਂ ਨੂੰ ਕਹਾਂਗੀ ਕਿ ਤੁਸੀਂ ਇਸ ਇੰਟਰਵਿਊ ਨੂੰ ਦੇਖੋ, ਲਾਈਕ, ਸਬਸਕ੍ਰਾਈਬ, ਸ਼ੇਅਰ ਕਰੋ ਤਾਂ ਕਿ ਅਸੀਂ ਦੁਬਾਰਾ ਇਹ ਵਿਸ਼ਾਲ ਨਾਲ ਇੰਟਰਵਿਊ ਕੰਟੀਨਿਊ ਕਰ ਸਕੀਏ, ਕਿਉਂਕਿ ਮੈਨੂੰ ਵੀ ਅੱਜ ਇੰਟਰਵਿਊ ਕਰਕੇ ਤਸੱਲੀ ਹੋਈ ਹੈ ਕਿ ਮੈਨੂੰ ਬਹੁਤ ਸਾਰੀ ਇੰਟਰਵਿਊ ਤੇ ਇਹ ਸ਼ਿਕਾਇਤ ਹੈ ਕਿ ਉਹੀ ਪੁਰਾਣੀਆਂ ਗੱਲਾਂ ਰਿਪੀਟ ਹੋ ਰਹੀਆਂ ਕਿ ਤੁਸੀਂ ਆਪਣੇ ਸਮੇਂ ਤੇ ਕੀ ਕੀਤਾ, ਇੱਦਾਂ ਕੀ ਕੀਤਾ, ਇਹ ਕਿ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਉਹ ਗੱਲਾਂ ਸਾਰੀਆਂ ਰਿਪੀਟ ਕਰਾਂ। ਤੇ ਨਾ ਹੀ ਮੈਨੂੰ ਅੱਜ ਰੀਅਲੀ ਬੜੀ ਖੁਸ਼ੀ ਮਿਲੀ ਹੈ ਵਿਸ਼ਾਲ ਨਾਲ ਗੱਲ ਕਰਕੇ। ਵਿਸ਼ਾਲ, ਤੁਸੀਂ ਆਖਰੀ ਗੱਲ ਕੋਈ ਕਰਨਾ ਚਾਹੋ
और उम्मीद करो कि भी दोबारा फिर अपना इंटरव्यू सेशन करिए। ਦੇਖੋ ਜੋਤੀ ਮੈਂ ਤਾਂ ਇਹ ਗੱਲ ਉਹੀ ਗੱਲ ਆਪਾਂ ਕਰਦੇ ਆ ਵੀ ਬੰਦਾ ਆਪਣੀ ਮਿੱਟੀ ਨਾਲ ਕਿੱਦਾਂ ਜੁੜਿਆ ਹੁੰਦਾ, ਆਪਣੀਆਂ ਜੜ੍ਹਾਂ ਉਹਨੇ ਕਿੱਦਾਂ ਫੜੀਆਂ ਹੁੰਦੀਆਂ। ਹੁਣ ਮੈਂ ਆਪਾਂ ਸਾਰੇ ਬਚਪਨ ਦੇ ਦੋਸਤ ਆ, ਜਦੋਂ ਆਪਾਂ ਲਿਖਣਾ ਸ਼ੁਰੂ ਕੀਤਾ ਤੇ ਫਿਰ ਮੈਂ ਸਬੱਬ ਬਣਿਆ, 2-3 ਦੁਕਾਨਾਂ ਫੇਲ ਕਰਤੀਆਂ, ਘਰਦਿਆਂ ਦਾ ਨੁਕਸਾਨ ਕਰਤਾ, ਬਾਹਰ ਚਲੇ ਗਿਆ, ਉੱਥੋਂ ਫਿਰ ਵਾਪਸ ਆ ਗਿਆ। ਮਤਲਬ 20-25 ਦੇਸ਼ਾਂ ਦੀ ਯਾਤਰਾ ਕਰਕੇ ਵਾਪਸ ਆਇਆ, ਇਟਾਲੀਅਨ ਪਾਸਪੋਰਟ ਛੱਡ ਕੇ ਵਾਪਸ ਆਇਆ। ਹਾਂ, ਇਹ ਵੀ ਤੇਰੀ ਖਾਸੀਅਤ ਹੈ। ਔਰ ਹੁਣ ਮਤਲਬ ਇਹ ਆ ਕਿ ਆਪਾਂ ਫਿਰ ਪੁਰਾਣੇ ਦੋਸਤ ਸਾਰੇ ਮਿਲੇ ਆ, ਗੱਲਾਂ ਕਰਦੇ ਆ, ਵਿਚਾਰ ਵਟਾਂਦਰੇ ਹੁੰਦੇ ਆ ਆਪਣੇ। ਤੇ ਮੈਂ ਤੇ ਅਖੀਰ ਵਿੱਚ ਇਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਤੁਹਾਡੇ ਅੰਦਰ ਸਾਰਾ ਕੁਝ ਅੱਖਰ ਸ਼ਬਦ ਪਏ ਆ ਤੇ ਕਲਾ ਨੂੰ ਜਿਹੜਾ ਉਹ ਸਮਰਪਿਤ ਹੋ ਜਾਓ ਜਿੰਨਾ ਕੁ ਹੋ ਸਕਦੇ ਆ, ਤੇ ਇਮਾਨਦਾਰੀ ਨਾਲ ਚੰਗਾ ਸਾਹਿਤ ਪੜ੍ਹੋ, ਚੰਗੇ ਲੋਕਾਂ ਨੂੰ ਚੰਗੇ ਲੋਕਾਂ ਨੂੰ ਮਿਲੋ। ਹੁਣ ਇੱਕ ਗੱਲ ਹੋਰ, ਮੈਂ ਆਪਣੇ ਆਪ ਨੂੰ ਕਦੀ ਵੀ ਮੁਕੰਮਲ ਨਹੀਂ ਮੰਨਦਾ। ਮੇਰੇ ਅੰਦਰ ਵੀ ਬਹੁਤ ਸਾਰਾ ਕਚਰਾ ਵਾ, ਮਤਲਬ ਕੋੜ ਵਾ, ਇਹ ਹੈਗਾ ਸਾਰਾ ਕੁਝ ਮਤਲਬ। ਤੇ ਮੈਂ ਮਤਲਬ ਇਹ ਕਹੂੰਗਾ ਵੀ ਹੁਣ ਸਪੋਜ਼ ਕਰ ਲਓ ਮੈਂ ਇਸ ਇੰਟਰਵਿਊ 'ਚ ਮੈਨੂੰ ਤੋਂ ਕੋਈ ਵੀ ਸਵਾਲ ਕਰ ਦਿਆ, ਮੈਂ ਬੜਾ ਦੁੱਧ ਧੋਤਾ ਵਾ, ਇਹ ਹੈ ਉਹ ਆ। ਹੁਣ ਮੈਂ ਮਤਲਬ ਉਹ ਦਿਲ ਨੂੰ ਤੇ ਕਹਿ ਦੂੰਗਾ ਵੀ ਵਿਸ਼ਾਲ ਵਰਗਾ ਐ ਕਰਕੇ ਵੀ ਬੰਦਾ ਹੀ ਕੋਈ ਨਹੀਂ ਹੈਗਾ। ਪਰ ਜਦੋਂ ਤੇਰੇ ਜਾਣ ਤੋਂ ਬਾਅਦ ਮੈਂ 3 ਮਿੰਟ ਅੱਖਾਂ ਬੰਦ ਕਰਕੇ ਆਪਣਾ ਮੁਲਾਂਕਣ ਕਰੂੰਗਾ ਨਾ, ਤੇ ਮੇਰੀ ਪਿਕਚਰ ਜਿਹੜੀ ਹੈਗੀ, ਜੋ ਮੇਰਾ ਅਸਲੀ ਸੱਚ ਆ, ਹੈ ਨਾ, ਜੋ ਮੇਰੇ ਸਿਰ ਲੱਗੇ ਆ 10 ਹਨਾ, ਜਾਂ ਮੇਰੇ ਦੰਦ ਦੇਖਦੇ ਹੈਗੇ ਆ, ਉਹ ਮੇਰੇ ਸਾਹਮਣੇ ਆ ਜਾਣੇ ਸਾਰੇ, ਤੇ ਮੈਨੂੰ ਮੇਰਾ ਪਤਾ ਲੱਗ ਜਾਣਾ। ਤੇ ਇਦਾਂ ਹੀ ਮੈਂ ਪਤਾ ਇਹ ਚਾਹੁੰਦਾ ਵਾ ਕਿ ਜਿਨ੍ਹਾਂ ਲੋਕਾਂ ਨੇ ਨਕਾਬ ਪਾਏ ਹੈ ਨਾ, ਤੇ ਉਹ ਆਪਣੇ ਮਤਲਬ 10 ਮਿੰਟ 5 ਮਿੰਟ ਆਪਣੀਆਂ ਅੱਖਾਂ ਬੰਦ ਕਰਕੇ ਨਾ ਆਪਣਾ ਮੁਲਾਂਕਣ ਜ਼ਰੂਰ ਕਰਿਆ ਕਰਨ ਤੇ ਆਪਣੇ ਆਪ ਨੂੰ ਸੁਧਾਰ ਲੈ। ਸਭ ਤੋਂ ਬੈਸਟ ਮੈਸੇਜ ਹੈ ਇੰਟਰਵਿਊ ਦੇ ਆਈ ਹੈ ਜੋ ਵਿਸ਼ਾਲ ਨੇ ਦਿੱਤਾ ਹੈ, ਔਰ ਉਹਨੂੰ ਕੋਸ਼ਿਸ਼ ਸਾਰੇ ਕਰਨਾ ਕਿ ਬਾਰ-ਬਾਰ ਜ਼ਰੂਰ ਸੁਣਨ। ਵਿਸ਼ਾਲ ਸ਼ੁਕਰੀਆ, ਅੱਜ ਹਰ ਦੀ ਤਿਆਰੀ ਦੇ ਵਿੱਚ ਆਪਣਾ ਟਾਈਮ ਕੱਢ ਕੇ ਮੈਨੂੰ ਟਾਈਮ ਦਿੱਤਾ। ਮੈਂ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਨ। ਅਗਰ ਇਹ ਚੈਨਲ ਕਿਸੇ ਵੀ ਮੁਕਾਮ ਤੇ ਪਹੁੰਚਦਾ ਹੈ, ਪੰਜਾਬੀ ਸੰਵਾਦ ਬਾਰੇ ਤੁਸੀਂ ਵੈਬਸਾਈਟ ਜਾਂ ਹੋਰ ਚੀਜ਼ਾਂ ਤੇ ਵੀ ਦੇਖ ਸਕਦੇ ਹੋ। ਇਹ ਸਾਰਾ ਫੰਡਿੰਗ ਜੋ ਹੈ ਹੋਰ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਜਾਏਗਾ। ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਅੱਜ ਮੇਰੀ ਮੌਤ ਤੇ ਕੁਝ ਲੋਕ ਕਹਿੰਦੇ ਸੁਣੇ ਨੇ, ਜਿੱਥੋਂ ਦੀ ਕੇਸਰ ਲੰਘਿਆ ਕੇਸਰ ਖਿੰਡ ਗਿਆ।